ਦੁਆਬਾ ਰੇਡੀਓ। जी दोस्तों, सारे दोस्तों का ब्रेक तो बाद निੱਘਾ स्वागत है जी। प्रोग्राम चल रहा है जिंदगीनामा हाल दुनिया। मैं ਤੁਹਾਡਾ ਦੋਸਤ ਭੁਪਿੰਦਰ ਭਾਰਤ ਦੁਆਬਾ ਰੇਡੀਓ ਦਾ ਮੰਚ ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਈਰਾਨ ਤੇ ਇਰਾਨੀਆਂ ਦੀ ਗੱਲ, ਹਰਪਾਲ ਸਿੰਘ ਪੰਨੂ ਜੀ ਦੀ ਕਲਮ, ਸੇਹ ਦਾ ਤਕਲਾ, ਪਾਠ ਤੀਸਰਾ, ਡਾਕਟਰਾਂ ਦੀ ਸਾਜ਼ਿਸ਼, ਗੋਲਡਾ ਮੀਰ ਅਤੇ ਇੱਕ ਦੇਸ਼ ਦਾ ਜਨਮ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਤ ਤੇ ਦੁਆਬਾ ਰੇਡੀਓ ਦਾ ਮੰਚ, ਹਰਪਾਲ ਸਿੰਘ ਪੰਨੂ ਹੁਣਾਂ ਜੀ ਦੀ ਕਲਮ, ਈਰਾਨ ਤੋਂ ਇਰਾਨੀ। ਅਰਬਾਂ ਨੇ ਜੰਗਬੰਦੀ ਤਾਂ ਕਰ ਲਈ, ਪਰ ਬਾਰਡਰ ਪਾਰ ਕਰਕੇ ਹਥਿਆਰਬੰਦ ਗਰੋਹ ਆਉਂਦੇ, ਲੁੱਟਮਾਰ ਕਰਦੇ, ਅਗਜ਼ਨੀ ਅਤੇ ਕਤਲ ਕਰਕੇ ਪਰਤ ਜਾਂਦੇ। ਫਲਸਰੂਪ ਹੱਦਾਂ ਦੇ ਉੱਤੇ ਵੱਸਦੇ ਯਹੂਦੀਆਂ ਦੀ ਜ਼ਿੰਦਗੀ ਨਰਕ ਸਮਾਨ ਸੀ। 2 ਸਾਲਾਂ ਦੇ ਵਿੱਚ ਦੁਨੀਆ ਭਰ ਵਿੱਚੋਂ ਯਹੂਦੀ ਸ਼ਰਨਾਰਥੀ ਆਉਣ ਕਾਰਨ ਆਬਾਦੀ ਦੁੱਗਣੀ ਹੋ ਗਈ। ਜਿਨ੍ਹਾਂ ਨੂੰ ਵਸਾਉਣਾ ਤੇ ਰੋਜ਼ਗਾਰ ਦੇਣਾ ਸੀ। ਭਾਂਤ ਸੁਭਾਂਤੀਆਂ ਬੋਲੀਆਂ, ਭਾਂਤ ਸੁਭਾਂਤੇ ਲਿਬਾਸ, ਭਿੰਨ ਭਿੰਨ ਕਲਚਰ, ਬਸ ਇੱਕੋ ਚੀਜ਼ ਸਾਂਝੀ ਸੀ, ਸਭ ਯਹੂਦੀ ਸਨ। ਸਭ ਨੂੰ ਹਿਬਰੂ ਬਾਈਬਲ ਪੜ੍ਹਨੀ ਆਉਂਦੀ ਹੁੰਦੀ। ਕੁਝ ਬੱਚੇ ਤਾਂ ਇੰਜਲ ਉਲਟੇ ਪਾਸਿਓਂ ਵੀ ਜਿਹੜੀ ਸੀ, ਜਾਣੀ ਕਿ ਓਲਡ ਟੈਸਟਾਮੈਂਟ ਦੀ ਗੱਲ ਆਉਂਦੀ ਹੈ, ਪੁਰਾਣੀ ਬਾਈਬਲ ਦੀ, ਤਾਂ ਇੰਜਲ ਉਲਟੇ ਪਾਸਿਓਂ ਵੀ ਪੜ੍ਹ ਲੈਂਦੇ ਸਨ। ਜਾਣੀ ਕਿ ਇੱਕ ਬੱਚਾ ਬਾਈਬਲ ਪੜ੍ਹ ਰਿਹਾ ਹੁੰਦਾ, ਉਸਦੇ ਸਾਹਮਣੇ ਬੈਠਾ ਬੱਚਾ ਦੂਜੇ ਪਾਸਿਓਂ ਉਸਦੇ ਨਾਲ ਪੜ੍ਹੀ ਜਾਂਦਾ। ਸਾਲ 1949 ਦੇ ਵਿੱਚ 48,000 ਯਹੂਦੀ ਯਮਨ ਤੋਂ ਹਵਾਈ ਜਹਾਜ਼ਾਂ ਰਾਹੀਂ ਇਜ਼ਰਾਈਲ ਪੁੱਜੇ, ਕਿਉਂਕਿ ਅਰਬਾਂ ਨੇ ਸੁਏਜ਼ ਨਹਿਰ ਜਿਹੜੀ ਹੈ ਨਾ, ਜਿੱਥੋਂ ਵਪਾਰ ਹੁੰਦਾ ਹੈ ਇਸ ਸਮੇਂ ਦੇ ਵਿੱਚ ਵੀ, ਉੱਥੇ ਵੀ ਘੱਟੋ ਘੱਟ ਨਹੀਂ 3,000 ਕੇ 4,000 ਜਿਹੜੇ ਬੰਦੇ, ਜਿਹੜੇ ਕਿਰਤ ਵਾਲੇ ਲੋਕ ਸਨ, ਉਹ ਸ਼ਹੀਦ ਹੋਏ ਸੀ, ਮਰੇ ਸੀ ਇਸ ਨਹਿਰ ਨੂੰ ਬਣਾਉਂਦੇ ਹੋਏ। ਪਿਛਲੇ ਸਮਿਆਂ ਦੇ ਵਿੱਚ ਇੱਕ ਜਹਾਜ਼ ਅੜਿਆ ਸੀ, ਉੱਥੇ ਰੁਕਿਆ ਸੀ, ਘੁੰਮ ਗਿਆ ਸੀ, ਤਾਂ ਅਰਬਾਂ ਖਰਬਾਂ ਦਾ ਨੁਕਸਾਨ ਜਿਹੜਾ ਉਹਦੇ ਨਾਲ ਹੋਇਆ। ਅਤੇ ਸੁਏਜ਼ ਨਹਿਰ ਜਿਹੜੀ ਹੈ ਏਸ਼ੀਆ ਨੂੰ ਜਿਹੜਾ ਯੂਰਪੀਅਨ ਮੁਲਕਾਂ ਦੇ ਨਾਲ ਜੋੜਦੀ ਹੈ। ਸਾਲ 1949 ਦੇ ਵਿੱਚ 48,000 ਯਹੂਦੀ ਯਮਨ ਤੋਂ ਹਵਾਈ ਜਹਾਜ਼ਾਂ ਰਾਹੀਂ ਇਜ਼ਰਾਈਲ ਪੁੱਜੇ, ਕਿਉਂਕਿ ਅਰਬਾਂ ਨੇ ਸੁਏਜ਼ ਨਹਿਰ ਯਹੂਦੀਆਂ ਦੇ ਲਾਂਘੇ ਵਾਸਤੇ ਬੰਦ ਕਰ ਦਿੱਤੀ ਸੀ। ਇੱਕ ਬਜ਼ੁਰਗ ਜਹਾਜ਼ ਤੋਂ ਹੇਠਾਂ ਉਤਰਿਆ ਤਾਂ ਗੋਲਡਾ ਨੇ ਪੁੱਛਿਆ, ਪਹਿਲਾਂ ਕਦੀ ਜਹਾਜ਼ ਦੀ ਸਵਾਰੀ ਕੀਤੀ ਹੈ? ਬਜ਼ੁਰਗ ਨੇ ਕਿਹਾ, ਸਵਾਰੀ? ਮੈਂ ਤਾਂ ਕਦੇ ਹੱਥ ਲਾ ਕੇ ਨਹੀਂ ਦੇਖਿਆ ਸੀ। ਫਿਰ ਪੁੱਛਿਆ, ਡਰ ਨਹੀਂ ਲੱਗਾ? ਬੋਲਿਆ, ਡਰ ਕਾਹਦਾ? ਬਾਈਬਲ ਦੇ ਵਿੱਚ ਲਿਖਿਆ ਤਾਂ ਹੋਇਆ ਕਿ ਬਾਜ਼ਾਂ ਦੇ ਖੰਭਾਂ ਉੱਪਰ ਬੈਠ ਕੇ, ਜਾਣੀ ਕਿ ਬਾਜ਼ਾਂ ਦੇ ਖੰਭਾਂ ਦੇ ਉੱਤੇ ਬੈਠ ਕੇ ਉੱਡ ਆਉਣਗੇ। ਹੁਣ ਬਾਜ਼ ਦੀ ਗੱਲ ਆਈ ਹੈ ਭਈ ਹਰ ਧਰਮ ਦੇ ਵਿੱਚ ਬਾਜ਼ ਜਾਂ ਐਸੀਆਂ ਚੀਜ਼ਾਂ ਜਿਹੜੀਆਂ ਨੇ ਨਸ਼ਰ ਆਉਂਦੀਆਂ ਨੇ, ਪਰ ਉਹ ਸਾਰੀਆਂ ਪਿਛੋਕੜ ਨੂੰ ਜਦੋਂ ਜੋੜਦੇ ਹਾਂ, ਦੇਖਦੇ ਹਾਂ, ਫਿਰ ਸਮਝ ਆਉਂਦੀ ਹੈ। ਪਰ ਜਦੋਂ ਧਰਮ ਦੇ ਉੱਤੇ ਟੀਕਾ ਟਿੱਪਣੀ ਕਰਦੇ ਹਾਂ, ਉਹਦੇ ਫਿਰ ਰੋਲੇ ਪੈਂਦੇ ਨੇ। ਇਸ਼ਾਰਾ ਹੀ ਕਾਫੀ ਹੈ ਸਮਝਦਾਰਾਂ ਨੂੰ। ਬਾਜ਼ਾਂ ਦੇ ਖੰਭਾਂ ਉੱਪਰ ਬੈਠ ਕੇ ਕਹਿੰਦਾ ਹੈ ਕਿ ਬਾਈਬਲ ਦੇ ਵਿੱਚ ਲਿਖਿਆ ਹੋਇਆ ਹੈ, ਬਾਜ਼ਾਂ ਦੇ ਖੰਭਾਂ ਉੱਪਰ ਬੈਠ ਕੇ ਉੱਡ ਆਉਣਗੇ। ਜਦੋਂ ਇਸ ਯਾਤਰੀ ਨੇ ਹਿਬਰੂ ਦਾ ਇਹ ਮੂਲ ਵਾਕ ਸੁਣਾਇਆ ਨਾ, ਉਸ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਅਤੇ ਸ਼ੁਕਰਾਨੇ ਦੀ ਲਿਸ਼ਕ ਝਲਕ ਗਈ। ਇਹਨਾਂ ਲੋਕਾਂ ਨੂੰ ਵਸਾਉਣ ਵਾਸਤੇ ਬਹੁਤ ਵੱਡੀ ਰਕਮ ਚਾਹੀਦੀ ਸੀ, ਕਿਉਂਕਿ ਆਲੇ ਦੁਆਲੇ ਦੁਸ਼ਮਣ ਹੱਦਾਂ ਸਨ। ਧਨ ਦਾ ਬਹੁਤਾ ਹਿੱਸਾ ਤਾਂ ਫੌਜ ਅਤੇ ਹਥਿਆਰ ਚੱਟ ਜਾਂਦੇ ਸੀ। ਰਫਿਊਜੀਆਂ ਨੂੰ ਕੰਮ ਦੇਣਾ ਹੁੰਦਾ ਸੀ, ਅਤੇ ਕਿਹੜਾ ਕੰਮ? ਨਾ ਇਹਨਾਂ ਦੇ ਮਕਾਨ ਉਸਾਰੀ ਕੀਤੀ, ਨਾ ਖੇਤੀਬਾੜੀ ਕੀਤੀ। ਚਲੋ ਸੜਕਾਂ ਹੀ ਬਣਾ ਲਈਏ ਫਿਰ। ਪਰ ਸੜਕ ਬਣਾਉਣ ਦੀ ਨਿਗਰਾਨੀ ਅਤੇ ਅਗਵਾਈ ਕੌਣ ਕਰੇਗਾ ਇਹਨਾਂ 'ਤੇ? ਚਲੋ ਫੋਰਮੈਨ ਲੱਭ ਲਿਆ ਕਰਦੇ ਹਾਂ ਫਿਰ। ਚਲੋ ਫੋਰਮੈਨ ਲੱਭ ਲਈਏ। ਸੜਕ ਬਣਾਉਣ ਦੇ ਲਈ ਸਮਾਨ ਅਤੇ ਮਸ਼ੀਨਰੀ ਕਿੱਥੋਂ ਆਊ? ਇਹ ਵੀ ਸਵਾਲ ਖੜ੍ਹਾ ਹੋ ਗਿਆ। ਉਹ ਵੀ ਆ ਗਈ। ਇੱਕ ਫੋਰਮੈਨ ਨੂੰ 10 ਮਜ਼ਦੂਰ ਦੇ ਦਿੱਤੇ ਗਏ। ਇਹ 10 ਜਣੇ 10 ਦੇਸ਼ਾਂ ਦੇ ਵਿੱਚੋਂ ਆਏ ਨੇ। ਕਿਸੇ ਨੂੰ ਨਾ ਫੋਰਮੈਨ ਦੀ ਬੋਲੀ ਸਮਝ ਆਵੇ ਅਤੇ ਨਾ ਇੱਕ ਦੂਜੇ ਦੀ। ਫਿਰ ਵੀ ਕ੍ਰਿਸ਼ਮਾ ਹੋਇਆ। ਸੜਕਾਂ ਬਣੀਆਂ। ਗੋਲਡਾ ਦੇ ਸਤਿਕਾਰ ਵਜੋਂ ਇਹਨਾਂ ਸੜਕਾਂ ਦਾ ਨਾਮ ਗੋਲਡਨ ਰੋਡਜ਼ ਰੱਖਿਆ ਗਿਆ। ਦਾਨ ਬਥੇਰਾ ਲੈ ਲਿਆ। ਇਜ਼ਰਾਈਲ ਮੰਗਤਾ ਨਹੀਂ ਰਹਿਣਾ ਚਾਹੁੰਦਾ ਸੀ, ਪਰ ਪੈਸੇ ਤਾਂ ਚਾਹੀਦੇ ਹੀ ਸਨ ਨਾ। ਗੋਲਡਾ ਨੇ ਕਿਹਾ, ਕਰਜ਼ਾ ਮੰਗੀਏ। ਵਜ਼ਾਰਤ ਹੱਸੀ ਉਹਦੇ ਉੱਤੇ ਵੀ ਕਰਜ਼ਾ ਮੰਗਣਾ? ਮੰਗਤਿਆਂ ਨੂੰ ਕਰਜ਼ਾ ਕੌਣ ਦੇਵੇਗਾ? ਪੱਲੇ ਸਾਡੇ ਕੱਖ ਨਹੀਂ। ਜ਼ਮਾਨਤ ਕਿਸ ਚੀਜ਼ ਦੀ ਦਿਆਵਾਂਗੇ? ਕੀ ਮਤਲਬ ਕਿ ਗਿਰਵੀ ਕੀ ਰੱਖਾਂਗੇ? ਦੇਸ਼ ਤਾਂ ਸਾਡਾ ਹੁਣੇ ਸਾਨੂੰ ਮਿਲਿਆ। ਗੋਲਡਾ ਫਿਰ ਦੁਨੀਆ ਦੇ ਵਿੱਚ ਕਰਜ਼ੇ ਵਾਸਤੇ ਘੁੰਮੀ। ਕਿਸੇ ਨੇ ਜ਼ਮਾਨਤ ਦੇ ਬਾਰੇ ਸਵਾਲ ਨਾ ਕੀਤਾ ਕਿ ਗਿਰਵੀ ਕੀ ਰੱਖਿਆ ਜਾਵੇ, ਕੀ ਦਿਓਗੇ?
पर आपे आख दिंदी कि अणखीले यहूदियां नूं छत्त मिल जाएगी तां उन्हां दे बच्चे जिहड़े ने वड्डे हो के तुहाडा करजा ला देणगे। मैं इजराइल दे बच्चों नूं तुहाडे कोल गहने रखण आई हां। मतलब कि वो अपने बच्चों नूं जिहड़ी जिन्नी कौम सी उहदे बच्चे ही गहने रख दिते। दुनिया ने वड्डियां रकमां दे के बांड खरीदे ते रफ्यूजियां नूं घर मिल गए। अंधकार का सामना करते नीवी पाई लीर लीर लिबास पहनी फिरदे मायूस यहूदियां दे हत्थां दे विच कईयां कुहाड़ियां खुरपे गैंतियां आउंदियां उन्हां दे होठां ते मुस्कान आ जांदी सी। साल 1951 के अखीर तक $3 बिलियन के बांड विक गए। यूएनओ ने सलाह दे दिती कि रोज़ाना खून खराबा ना होवे, यरूशलम नूं वैटिकन सिटी वजों ऐलान कर दिता जावे। पर अरब ते यहूदी दोवें धिरां सहमत होण। ਇੱਥੇ अंतरराष्ट्रीय पुलिस होवेगी ते यूएनओ अपना गवर्नर नियुक्त करेगी। अरबां ने यह विਉਂਤ रद्द कर दिती। यहूदी अरबां दे फैसले तो खुश होए क्योंकि यहूदियां दी ਇੱਥੇ गिणती 1 ਲੱਖ सी ते 1948 दे साल मुसलमानां दी गिणती 65,000 सी। बिन गरियोह ने ऐलान कर दिता कि तल अवीव तो बदल के राजधानी यरूशलम होवेगी। वडेरियां दे शहर दे विच पैगंबर दाऊद दे शहर दे विच बहुत सारे ऐसे मुल्क ने जिन्हां ने अपनियां राजधानियां बाद दे विच बदलियां ने। गरियोह ने यह फैसला काली दे विच इसलिए कीता सी कि किते अरबां दे विरोध दे बावजूद यूएनओ इस शहर नूं वैटिकन दा दर्जा ना दे देवे। मिस्र ते जार्डन गुआंढी सन। दियां फौजां दे बंबां ने शहर दे विच तबाही मचा रख दिती। दुनिया दे किसी देश ने हा दा नारा ना मारिया। सारे दूतावास सुरक्षा कारणा करके तल अवीव रहे। बाकी सरकार यरूशलम जिहड़ी पुज गई। इजराइल दे विचों जिहड़े मुसलमान बार्डर पार करके दूजे देशां दे विच चले जांदे उन्हां दे घर रफ्यूजियां नूं अलाट कर दिते जांदे सी। जे पहला मालक वापस आ जाता है, पहले वाला जिहड़ा मालक सी जे वापस आ जाता है उसनूं घर वापस दे दिता जाता। ਜਾਂ ਕਿਸੇ ਹੋਰ ਵਧੀਕ ਸੁਰੱਖਿਅਤ ਥਾਂ ਦੇ ਉੱਤੇ ਰਹਿਣਾ ਚਾਹੁੰਦਾ ਤਦ ਉਸ ਨੂੰ ਨਵਾਂ ਘਰ ਦਿੱਤਾ ਜਾਂਦਾ। ਮੁਆਵਜ਼ਾ ਮੰਗਦਾ ਤਾਂ ਮੁਆਵਜ਼ਾ ਦੇ ਦਿੱਤਾ ਜਾਂਦਾ। ਅਜਿਹਾ ਕਰਨ ਵੇਲੇ ਉਸ ਤੋਂ ਭਵਿੱਖ ਦੇ ਵਿੱਚ ਵਫਾਦਾਰ ਰਹਿਣ ਦਾ ਕੋਈ ਇਕਰਾਰਨਾਮਾ ਨਹੀਂ ਮੰਗਿਆ ਜਾਂਦਾ ਸੀ। ਕਈ ਵਾਰ ਕ੍ਰੋਧਵਾਨ ਹੋ ਕੇ ਯਹੂਦੀ ਰਫਿਊਜੀ ਚੀਕਦੇ ਸਨ, ਸਾਡੇ ਨਾਲੋਂ ਮੁਸਲਮਾਨਾਂ ਦੀ ਵਧੀਕ ਕਦਰ ਹੋ ਰਹੀ ਹੈ, ਸਾਨੂੰ ਪੁੱਛਦਾ ਹੀ ਕੋਈ ਨਹੀਂ। ਹਈਫਾ ਸ਼ਹਿਰ ਦੇ ਜਿਹੜਾ ਸੀ ਮੁਸਲਮਾਨ हिजरत करके बार्डर पार करन लग पे। गोल्डा तुरंत पुजी, रुकन दे लई अर्ज कीता, सुरक्षा दा भरोसा दिता, कहा कि गुरबत दा दैंत तुहानू इत्थे निगल जाएगा। मुसलमानां ने कहा कि किसी डर कारण नहीं, बीबी सानू साडे अरब भरावां दे हुक्म दिता है कि इजराइल दे विचों निकलो, ना निकले तां वो सानू गदार कहणगे। फिर 1948 दे अखीर तक 6 ਲੱਖ मुसलमान हिजरत कर गए। ਤਾਂ ਵੀ ਅਜੇ ਬਹੁਤ ਵੱਡੀ ਗਿਣਤੀ ਮੁਸਲਮਾਨਾਂ ਨੇ ਇਜ਼ਰਾਈਲ ਦੇ ਵਿੱਚ ਟਿਕੇ ਰਹਿਣ ਦਾ ਫੈਸਲਾ ਕੀਤਾ। ਹਾਂ, ਮੁਸਲਮਾਨਾਂ ਦੇ ਵੱਖਰੇ ਪਿੰਡ ਸਨ, ਯਹੂਦੀਆਂ ਦੇ ਵੱਖਰੇ। 20 ਸਾਲ ਦੇ ਸਮੇਂ ਦੇ ਵਿੱਚ ਇੱਕ ਵੀ ਪਿੰਡ ਅਜਿਹਾ ਨਹੀਂ ਰਿਹਾ ਸੀ ਜਿੱਥੇ ਬਿਜਲੀ ਅਤੇ ਪਾਣੀ ਨਾ ਪੁੱਜਦਾ ਹੋਵੇ। ਅਰਬ ਦੇਸ਼ਾਂ ਦੇ ਪਿੰਡਾਂ ਦੇ ਵਿੱਚ ਲੋਕਾਂ ਦੀ ਦੁਰਦਸ਼ਾ ਸੀ। ਗੈਲੀਲੀ ਦਾ ਇੱਕ ਪਿੰਡ ਹੈ। ਗੈਲੀਲੀ ਦੇ ਇੱਕ ਪਿੰਡ ਦੀ ਵਸੋਂ ਪਹਾੜਾਂ ਤੇ ਸੀ, ਪਹਾੜੀ ਸੀ ਤੇ ਸੜਕ ਨਹੀਂ ਸੀ ਉੱਥੇ ਜਾਂਦੀ। सड़क बना दी। उद्घाटन वास्ते गोल्डा पिंड गई। सब ने शुकराना किया। रिवाज के उल्ट एक मुसलमान औरत खलो के बोली, बीबी मर्दां दे पैरां नूं सड़क के कारण आराम मिलिया है। सही, पर साडे सिरां नूं भी कदी आराम मिलेगा। उसका मतलब सी कि पिंड पहाड़ी उपर है ते खूह हेठां नीवें थां। पानी उपर पुजना चाहिए है, नहीं तो सानू थल्लिओ लियाउणा पैंदा है कि घड़ियां दी ढुआई तो बचिया जा सकेगा। सानू अगले साल पानी दीयां टूटियां का उद्घाटन कर आई हो। 5 साल की म्याद पूरी करन पिछों प्रधानमंत्री बिन गरियोह ने ऐलान कर दिता कि हुण बाकी समा आराम करांगे, किसी होर नूं इह जिम्मेवारी दिओ। बड़ा मनाया, कोई असर नहीं। कहन लगा, दोपहर तक सांझे फार्म दे विच पशु चारांगा, बाद दोपहर पढ़न लिखन का काम करांगा। गल्लां दे नाल सहमति हासिल करन दी थां ਉਹ फैसले करी जांदा है ਤੇ ਜਿਹੜੇ कि आखर सही साबित ਹੁੰਦੇ ਨੇ। ਜਦੋਂ ਕੋਈ ਮੰਤਰੀ ਉਸ ਨੂੰ ਨਵੀਂ ਸਲਾਹ ਦਿੰਦਾ, ਉਸ ਦਾ ਇੱਕੋ ਸਵਾਲ ਹੁੰਦਾ ਸੀ, ਲੰਮੀ ਆਉਦ ਦੇ ਪਿੱਛੋਂ ਕੀ ਇਹ ਕੰਮ ਦੇਸ਼ ਦੇ ਲਈ ਲਾਭਦਾਇਕ ਰਹੇਗਾ?
ਕਿਹਾ ਕਰਦਾ, ਮੈਨੂੰ ਲੋਕ ਰਾਏ ਦੀ ਵਿਸ਼ਵ ਰਾਏ ਦੀ ਪਰਵਾਹ ਨਹੀਂ ਹੈ। ਬਿਆਨਾਂ, ਐਲਾਨਾਂ ਤੇ ਸੰਪਾਦਕੀਆਂ ਦੀ ਕਿਰਪਾ ਸਦਕਾ ਨਹੀਂ, ਸਹੀ ਕੰਮਾਂ ਸਦਕਾ ਇਜ਼ਰਾਈਲ ਦੁੱਖਾਂ ਤੋਂ ਮੁਕਤ ਹੋਵੇਗਾ। ਜੋ ਸਾਡੀਆਂ ਸਮੇਂ ਦੀਆਂ ਸਰਕਾਰਾਂ ਅੱਜ ਕਰ ਰਹੀਆਂ ਨੇ, ਉਹ ਉਹਨਾਂ ਸਮਿਆਂ ਦੇ ਵਿੱਚ ਇਹ ਗੱਲ ਇਹਨਾਂ ਨੇ ਕਹਿ ਦਿੱਤੀ ਕਿ ਇਸ਼ਤਿਹਾਰਾਂ ਜਾਂ ਲਾਰਿਆਂ ਲੱਪਿਆਂ ਦੇ ਨਾਲ ਕੰਮ ਨਹੀਂ ਹੋਣਾ, ਕੰਮ ਗਰਾਊਂਡ ਦੇ ਉੱਤੇ ਕਰਨਾ ਪੈਣਾ ਤੇ ਦਿਖਾਉਣਾ ਪੈਣਾ। ਦੁਨੀਆ ਜੋ ਕਹਿੰਦੀ ਹੈ ਕਹੀ ਜਾਵੇ। ਸ਼ਹਿਰੇ ਪ੍ਰਧਾਨ ਮੰਤਰੀ ਚੁਣਿਆ ਗਿਆ। ਗਰਿਓ ਨੇ ਗੁੱਸੇ ਦੇ ਵਿੱਚ ਆ ਕੇ ਇੱਕ ਵਾਰ ਕਿਸੇ ਵਜ਼ੀਰ ਨੂੰ ਬੇਈਮਾਨ ਕਹਿ ਦਿੱਤਾ ਸੀ ਤਾਂ ਗੋਲਡਾ ਬੋਲੀ, ਅਕਲਮੰਦ ਹੋਣਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ। ਕਈ ਬੰਦੇ ਜਮਾਂਦਰੋਂ ਹੀ ਮੂਰਖ ਹੁੰਦੇ ਨੇ, ਤਾਂ ਕਿ ਰੱਬ ਨੇ ਜਿਵੇਂ ਚਾਹਿਆ ਬਣਾ ਦਿੱਤੇ। ਪਰ ਗਰਿਓ, ਇਹ ਮੈਂ ਤੁਹਾਨੂੰ ਦੱਸ ਦਿਆਂ, ਕੋਈ ਬੰਦਾ ਜਮਾਂਦਰੂ ਬੇਈਮਾਨ ਨਹੀਂ ਹੁੰਦਾ। ਬੇਈਮਾਨੀ ਸਿੱਖਣੀ ਪੈਂਦੀ ਹੈ। ਮੈਨੂੰ ਫਖਰ ਹੈ ਕਿ ਸਾਡੇ ਵਿੱਚੋਂ ਕੋਈ ਬੇਈਮਾਨੀ ਦੀ ਸਿਖਲਾਈ ਲੈਣ ਸਕੂਲ ਨਹੀਂ ਗਿਆ। 1956 ਦੇ ਵਿੱਚ ਗੋਲਡਾ ਨੂੰ ਵਿਦੇਸ਼ ਮੰਤਰਾਲਾ ਦਿੱਤਾ ਗਿਆ। ਮਿਸਰ ਦੇ ਫਦਾਈਨ ਗੁਰੀਲੇ ਗਾਜ਼ਾ ਪੱਟੀ ਵੱਲੋਂ ਮਾਰੂ ਹਮਲੇ ਕਰਦੇ। ਜਾਰਡਨ, ਸੀਰੀਆ ਤੇ ਲਿਬਨਾਨ ਦੇ ਵਿੱਚ ਵੀ ਉਹਨਾਂ ਦੇ ਅੱਡੇ ਸਨ। ਉਹ ਇਜ਼ਰਾਈਲ ਦੇ ਐਨ ਵਿਚਕਾਰ ਤੱਕ ਪੁੱਜ ਕੇ ਮਾਰ ਕਰਦੇ। ਕਰਨਲ ਨਾਸਰ ਨੇ ਮਿਸਰ ਦੀ ਹਕੂਮਤ ਸੰਭਾਲਦਿਆਂ ਕਿਹਾ, ਸਾਨੂੰ ਜਿਹਾਦ ਕਰਨ ਦਾ ਅਧਿਕਾਰ ਹੈ। ਕਾਇਰੋ ਰੇਡੀਓ ਤੋਂ ਐਲਾਨ ਆਉਂਦਾ ਹੈ, ਆਪਣੀ ਹੋਣੀ ਉੱਪਰ ਰੋਲ ਹੈ ਇਜ਼ਰਾਈਲ, ਤੇਰਾ ਅੰਤ ਨੇੜੇ ਹੈ। ਚੈਕੋਸਲੋਵਾਕੀਆ ਉੱਪਰ ਰੂਸ ਦਾ ਕੰਟਰੋਲ ਸੀ ਉਹਨਾਂ ਸਮਿਆਂ 'ਚ। ਚੈੱਕ ਸਰਕਾਰ ਨੇ ਮਿਸਰ ਦੇ ਨਾਲ ਹਥਿਆਰਾਂ ਦੀ ਸੰਧੀ ਕਰ ਲਈ ਤੇ ਰੂਸ ਨੇ ਮਿਸਰ ਨੂੰ ਟੈਂਕਾਂ ਸਮੇਤ ਭਾਰੀ ਮਾਤਰਾ ਦੇ ਵਿੱਚ ਹਥਿਆਰ ਸਪਲਾਈ ਕਰਨੇ ਸ਼ੁਰੂ ਕਰ ਦਿੱਤੇ। ਇਹ ਹੈ ਜੀ ਵਪਾਰ, ਜਿਵੇਂ ਗਰੇਵਾਲ ਸਾਹਿਬ ਨੇ ਵੀ ਕਿਹਾ ਹੈ, ਜਿਹੜੇ ਆਖਰ ਇਜ਼ਰਾਈਲ ਵਿਰੁੱਧ ਵਰਤੇ ਜਾਣੇ ਸਨ। ਰੂਸ ਨੇ ਪਾਪੀ ਵਿਚਾਰਧਾਰਾ ਜਿਓਨਿਜ਼ਮ ਦਾ ਖਾਤਮਾ ਕਰਨਾ ਸੀ। ਮਾਸਕੋ ਤੋਂ ਡਾਕਟਰਾਂ ਦੀ ਸਾਜ਼ਿਸ਼ ਨਾਮ ਦੀ ਖਬਰ ਨਸ਼ਰ ਹੋ ਗਈ ਕਿ 9 ਡਾਕਟਰਾਂ ਨੇ ਸਟਾਲਿਨ ਸਮੇਤ ਹੋਰ ਲੀਡਰਾਂ ਨੂੰ ਕਤਲ ਕਰਨਾ ਚਾਹਿਆ ਸੀ, ਜਿਨ੍ਹਾਂ ਦੇ ਵਿੱਚੋਂ 6 ਯਹੂਦੀ ਸਨ। ਇਹਨਾਂ ਡਾਕਟਰਾਂ ਉੱਪਰ ਅਖੌਤੀ ਮੁਕੱਦਮਾ ਚਲਾਉਂਦਿਆਂ ਯਹੂਦੀਆਂ ਨੂੰ ਬਦਨਾਮ ਕੀਤਾ। ਫਿਰ ਤਲ ਅਵੀਵ ਸਥਿਤ ਰੂਸੀ ਦੂਤਾਵਾਸ ਦੇ ਅਹਾਤੇ 'ਚ ਬੰਬ ਫਟ ਗਿਆ। ਰੂਸ ਨੇ ਪੂਰੀ ਤਲਖੀ ਦਿਖਾਉਂਦਿਆਂ ਇਸ ਦੀ ਜ਼ਿੰਮੇਵਾਰੀ ਇਜ਼ਰਾਈਲੀ ਸਰਕਾਰ ਉੱਪਰ ਸੁੱਟ ਕੇ ਆਪਣੇ ਸੰਬੰਧ ਤੋੜ ਲਏ। ਉੱਧਰ ਰੂਸ ਮਿਸਰ ਨੂੰ ਧੜਾ ਧੜ ਮੁਫਤ ਹਥਿਆਰ ਦੇ ਰਿਹਾ ਸੀ। ਇੱਧਰ ਅਮਰੀਕਾ ਤੇ ਇੰਗਲੈਂਡ ਨੇ ਇਜ਼ਰਾਈਲ ਨੂੰ ਹਥਿਆਰ ਵੇਚਣ ਤੋਂ ਵੀ ਇਨਕਾਰ ਕਰ ਦਿੱਤਾ। ਅਮਰੀਕਾ ਨੇ ਕਹਿ ਦਿੱਤਾ, ਕੈਨੇਡਾ ਜਾਂ ਫਰਾਂਸ ਤੋਂ ਇਜ਼ਰਾਈਲ ਹਥਿਆਰ ਖਰੀਦ ਲਵੇ ਤਾਂ ਇਤਰਾਜ਼ ਨਹੀਂ ਹੈ ਸਾਨੂੰ। ਫਰਾਂਸ ਐਸੀ ਲੋਬੀ ਹੈ ਜਿਹੜੀ ਬਹੁਤ ਲੁਕ ਛੁਪ ਕੇ ਕੰਮ ਕਰਦੀ ਹੈ, ਪਰ ਉਹ ਘੱਟ ਹੀ ਨਸ਼ਰ ਹੁੰਦੀ ਹੈ। ਕੈਨੇਡਾ ਜਾਂ ਫਰਾਂਸ ਤੋਂ ਇਜ਼ਰਾਈਲ ਹਥਿਆਰ ਖਰੀਦ ਲਵੇ ਤਾਂ ਇਤਰਾਜ਼ ਨਹੀਂ ਹੈ ਸਾਨੂੰ। ਫਰਾਂਸ ਨੇ ਅਮਰੀਕਾ ਦੇ ਐਲਾਨ ਤੋਂ ਪਹਿਲਾਂ ਹੀ ਹਥਿਆਰ ਦੇਣ ਦਾ ਐਲਾਨ ਕਰਤਾ। ਉਸਨੇ ਅਮਰੀਕਾ ਤੋਂ ਆਗਿਆ ਲੈਣ ਦੀ ਲੋੜ ਨਹੀਂ ਸਮਝੀ ਸੀ। ਉੱਧਰ ਮਿਸਰ ਦੇ ਨਾਲ ਸੀਰੀਆ ਨੇ ਸੰਧੀ ਕਰ ਲਈ ਤੇ ਮਿਸਰ ਨੇ ਸੁਏਜ਼ ਨਹਿਰ ਦਾ ਕੌਮੀਕਰਨ ਕਰਕੇ ਇਜ਼ਰਾਈਲ ਦੇ ਲਈ ਰਸਤਾ ਬੰਦ ਕਰਤਾ। ਪਰ ਇਸ ਦੇ ਨਾਲ ਫਰਾਂਸ ਅਤੇ ਇੰਗਲੈਂਡ ਦੇ ਵਪਾਰ ਦੇ ਵਿੱਚ ਵੀ ਵਿਘਨ ਪੈਂਦਾ ਸੀ, ਕਿਉਂਕਿ ਜਦੋਂ ਮਹਾਰਾਜਾ ਰਣਜੀਤ ਦਾ ਸਮਾਂ ਸੀ ਨਾ, ਮਹਾਰਾਜਾ ਦਲੀਪ ਸਿੰਘ ਦਾ, ਤੇ ਉਹ ਵੀ ਇਸੇ ਸੁਏਜ਼ ਨਹਿਰ ਦੇ ਵਿੱਚ ਦੀ ਹੁੰਦਾ ਹੋਇਆ ਤੇ ਉਹ ਇੰਡੀਆ ਜਾਂਦਾ ਹੁੰਦਾ ਸੀ। ਸੋ ਦੋਹਾਂ ਦੇ ਲਈ ਸਿਆਸੀ ਮਜਬੂਰੀਆਂ ਦੇ ਕਾਰਨ ਇਜ਼ਰਾਈਲ ਦੀ ਮਦਦ ਕਰਨੀ ਜ਼ਰੂਰੀ ਹੋ ਗਈ। ਫੈਸਲਾ ਹੋ ਗਿਆ ਕਿ ਐਤਕਾਂ ਅਰਬਾਂ ਨੂੰ ਪਹਿਲ ਨਹੀਂ ਕਰਨ ਦੇਣੀ ਆਪਾਂ। 29 ਅਕਤੂਬਰ 1956 ਨੂੰ ਸ਼ਾਮੀ ਹਮਲਾ ਕਰਕੇ ਗਾਜ਼ਾ ਪੱਟੀ ਅਤੇ ਸਿਨਾਈ ਝੀਲ ਸਮੇਤ ਦੁਆਲੇ ਦੀ ਜ਼ਮੀਨ ਮਿਸਰ ਤੋਂ 100 ਘੰਟਿਆਂ ਦੇ ਅੰਦਰ ਖੋਹ ਲੈਣੀ ਹੈ। ਇਹ ਸਾਰਾ ਰਕਬਾ ਇਜ਼ਰਾਈਲ ਦੇ ਉਸ ਵੇਲੇ ਦੇ ਖੇਤਰ ਦੇ ਨਾਲੋਂ 2.5 ਗੁਣਾ ਵੱਧ ਸੀ। 6 ਦਿਨਾਂ ਬਾਅਦ ਜੰਗਬੰਦੀ ਹੋਈ। ਇਜ਼ਰਾਈਲੀ ਫੌਜਾਂ ਬਾਜਾਂ ਦੇ ਵਾਂਗ ਝਪਟੀਆਂ ਸਨ। ਮਿਸਰ ਦੇ ਪੈਰ ਉਖੜ ਗਏ ਤੇ ਫੌਜ ਦਾ ਤੀਜਾ ਹਿੱਸਾ ਤਬਾਹ ਕਰ ਦਿੱਤਾ ਗਿਆ। ਫਿਦਾਈਨਾਂ ਦੀਆਂ ਛੁਪਣ ਗਾਹਾਂ ਭੰਨ ਦਿੱਤੀਆਂ ਤੇ ਲੱਖਾਂ ਹਥਿਆਰ ਅਤੇ ਕਰੋੜਾਂ ਦੀ ਰਕਮ ਦਾ ਅਣਵਰਤਿਆ ਅਸਲਾ ਖੋਹ ਲਿਆ ਗਿਆ। ਮਿਸਰ ਦੇ 30,000 ਸੈਨਿਕ ਮਾਰੂਥਲ ਦੇ ਵਿੱਚ ਘਿਰ ਗਏ। ਜੇ ਇਜ਼ਰਾਈਲ ਘੇਰਾਬੰਦੀ ਨਾ ਚੁੱਕਦਾ ਤਾਂ ਇਹਨਾਂ ਨੇ ਪਿਆਸ ਦੇ ਨਾਲ ਮਰ ਜਾਣਾ ਸੀ। 5,000 ਬੰਦੀ ਬਣਾ ਲਏ ਗਏ। ਬਾਕੀ ਜਿਹੜੇ ਸਨ ਛੱਡ ਦਿੱਤੇ ਗਏ। ਇਹਨਾਂ ਬੰਦੀਆਂ ਬਦਲੇ ਅਰਬਾਂ ਤੋਂ ਆਪਣੇ ਕੈਦੀ ਛਡਾਉਣੇ ਸਨ। ਇਜ਼ਰਾਈਲ ਦੇ 172 ਸੈਨਿਕ ਮਰੇ, 800 ਜ਼ਖਮੀ ਹੋਏ। ਜੇ ਹਮਲਾ ਕਰਨ ਦੇ ਵਿੱਚ ਅਰਬ ਪਹਿਲ ਕਰਦੇ ਤਦ ਨੁਕਸਾਨ ਬਹੁਤ ਵੱਧ ਹੋਣਾ ਸੀ। ਇਸ 6 ਦਿਨਾਂ ਦੇ ਯੁੱਧ ਦੇ ਨਾਲ ਇਹ ਫਾਇਦਾ ਹੋ ਗਿਆ ਕਿ ਅਰਬਾਂ ਨੂੰ ਅਕਲ ਆ ਗਈ। ਉਹ ਗੱਲ ਕਰਨ ਦੇ ਲਈ ਤਿਆਰ ਹੋ ਗਏ ਆਖਰਕਾਰ। ਇਹ ਮਕਸਦ ਸੀ ਪਿੱਛੇ।
UNO ਦਾ ਹੁਕਮ ਆ ਗਿਆ ਕਿ ਜੰਗਬੰਦੀ ਕਰਕੇ ਜਿੱਤੇ ਇਲਾਕੇ ਖਾਲੀ ਕਰੋ ਭਾਈ, ਤੇ 1949 ਵਾਲਾ ਇਜ਼ਰਾਈਲ ਸੰਭਾਲ ਲਓ। ਫਰਾਂਸ ਅਤੇ ਇੰਗਲੈਂਡ ਦੇ ਵੱਲੋਂ ਸੈਨਿਕ ਮਦਦ ਇਜ਼ਰਾਈਲ ਨੂੰ ਕਿਉਂ ਦਿੱਤੀ ਗਈ? ਅਮਰੀਕਾ ਦਾ ਰਾਸ਼ਟਰਪਤੀ ਇਜ਼ਨ ਹਾਵਰ ਪੂਰੇ ਗੁੱਸੇ ਦੇ ਵਿੱਚ ਆ ਗਿਆ। ਜੇ ਜਿੱਤੀਆਂ ਥਾਵਾਂ ਇਜ਼ਰਾਈਲ ਨੇ ਨਾ ਛੱਡੀਆਂ ਨਾ ਤਾਂ UNO ਦੇ ਵਿੱਚ ਇਜ਼ਰਾਈਲ ਦੇ ਖਿਲਾਫ ਮਤਾ ਪਾਵਾਂਗੇ। ਧਮਕੀ ਦਿੱਤੀ ਗਈ। ਰੂਸ ਵੱਖਰਾ ਪਸੀਨੋ ਪਸੀਨੀ ਹੋ ਤੁਰਿਆ ਫਿਰਦਾ ਰਿਹਾ। ਉਸਦੇ ਹਥਿਆਰ ਯਹੂਦੀਆਂ ਦੇ ਕੋਲ ਚਲੇ ਗਏ। ਉਸਨੇ ਧਮਕੀ ਦਿੱਤੀ ਕਿ ਹੁਣ ਜੇ ਇਜ਼ਰਾਈਲ ਪਿੱਛੇ ਨਾ ਹਟਿਆ ਤਾਂ ਰੂਸ ਖੁਦ ਯੁੱਧ ਦੇ ਵਿੱਚ ਉਤਰ ਜਾਏਗਾ। ਗੋਲਡਾ ਨੂੰ UNO ਦੀ ਮੀਟਿੰਗ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਮਿਲ ਗਿਆ। ਉਸਨੇ ਫੈਸਲਾ ਕੀਤਾ ਕਿ ਪਹਿਲੋਂ ਜਿੱਤੇ ਹੋਏ ਇਲਾਕੇ ਦੇਖਾਂਗੀ ਕਿਹੜੇ ਨੇ। ਗਾਜ਼ਾ ਪੱਟੀ ਦੇ ਵਿੱਚ ਫਦਾਈਨਾਂ ਦੇ ਤੋੜੇ ਮੋਰਚੇ ਖਿਲਰੇ ਪਏ ਨੇ। ਸਿਨਾਈ ਝੀਲ ਦਾ ਪਾਣੀ ਸਾਫ਼ ਗੂੜਾ ਨੀਲਾ ਸੀ। ਪਹਾੜ ਲਾਲ ਸਨ, ਵੈਂਗਣੀ ਚਮਕੀਲੇ ਰੰਗਾਂ ਦੇ ਸਨ। 2.5 ਲੱਖ ਗਰੀਬ ਮੁਸਲਮਾਨ ਤੰਬੂਆਂ ਦੇ ਵਿੱਚ ਭੁੱਖਮਰੀ ਦੀ ਜ਼ਿੰਦਗੀ ਬਿਤਾ ਰਹੇ ਨੇ। ਅਰਬ ਦੇਸ਼ ਇਹਨਾਂ ਨੂੰ ਯਹੂਦੀਆਂ ਵੱਲੋਂ ਕੱਢੇ ਰਿਫਿਊਜੀ ਕਹਿ ਕੇ ਦੁਨੀਆ ਤੋਂ ਧਨ ਅਤੇ ਹਥਿਆਰ ਮੰਗਦੇ ਰਹੇ। ਉਹ ਇਹਨਾਂ ਨੂੰ ਆਸਾਨੀ ਦੇ ਨਾਲ ਆਪਣੇ ਦੇਸ਼ਾਂ ਦੇ ਵਿੱਚ ਵਸਾ ਕੇ ਕੁੰਭੀ ਨਰਕ ਦੇ ਵਿੱਚੋਂ ਕੱਢ ਸਕਦੇ ਸਨ, ਪਰ ਇਸ ਦੇ ਨਾਲ ਉਹਨਾਂ ਨੂੰ ਸਿਆਸੀ ਪੈਂਤੜੇ ਤੋਂ ਨੁਕਸਾਨ ਹੁੰਦਾ ਸੀ। ਨਿਹੱਥਾ ਇਜ਼ਰਾਈਲ ਯਹੂਦੀ ਰਿਫਿਊਜੀਆਂ ਨੂੰ ਵਸਾ ਸਕਦਾ ਹੈ ਤਾਂ ਅਰਬਪਤੀ ਸ਼ੇਖ ਇਹਨਾਂ ਮੁਸਲਮਾਨਾਂ 'ਤੇ ਰਹਿਮ ਕਿਉਂ ਨਹੀਂ ਕਰਦੇ? ਸਵਾਲ ਖੜਾ ਹੋ ਗਿਆ। UNO ਦੇ ਵਿੱਚ ਬੋਲਣ ਦਾ ਮੌਕਾ ਮਿਲ ਗਿਆ। ਗੋਲਡਾ ਨੇ ਕਿਹਾ, ਮਾਰੂਥਲ ਦੇ ਵਿੱਚ ਇਜ਼ਰਾਈਲ ਨੇ ਬਾਗ ਲਾਏ, ਸੜਕਾਂ ਬਣਾਈਆਂ, ਖੂਹ ਪੁੱਟੇ, ਹਸਪਤਾਲ ਬਣਾਏ। ਅਰਬ ਫਦਾਈਨੀ ਭੇਜ ਕੇ ਇਹਨਾਂ ਨੂੰ ਬੰਬਾਂ ਦੇ ਨਾਲ ਤੋੜਦੇ ਨੇ। ਮੌਤ ਦੇ ਮੂੰਹ ਦੇ ਵਿੱਚ ਜਾ ਰਹੇ ਯਹੂਦੀ ਬੱਚੇ ਲੱਖਾਂ ਦੀ ਗਿਣਤੀ 'ਚ ਬਚਾਏ ਗਏ। ਫਿਦਾਈਨ ਜੱਚਾ ਘਰਾਂ ਨੂੰ ਬੰਬਾਂ ਦੇ ਨਾਲ ਉਡਾ ਰਹੇ ਨੇ। ਪਾਣੀ ਦੀਆਂ ਬਿਜਲੀ ਦੀਆਂ ਲਾਈਨਾਂ ਉਡਾ ਰਹੇ ਨੇ। ਪਵਿੱਤਰ ਮੰਦਰ ਤੋੜ ਰਹੇ ਨੇ। ਤੇ ਮਿਸਰ ਪਤੀ ਨਾਸਰ ਮਾਨ ਦੇ ਨਾਲ ਇਸ ਨੂੰ ਧਰਮ ਯੁੱਧ ਕਹਿੰਦਾ ਹੈ। ਜਹਾਦ ਸਥਾਈ ਅਮਨ ਦੀ ਉਮੀਦ ਦੇ ਨਾਲ ਇਜ਼ਰਾਈਲ ਨੇ ਅਰਬਾਂ 'ਤੇ ਹੱਲਾ ਬੋਲਿਆ, ਕਿਉਂਕਿ ਲੁਕ ਛੁਪ ਕੇ ਅਰਬ ਹਰ ਰਾਤ ਹੱਲੇ ਕਰਦੇ ਸਨ। ਅਸੀਂ ਮਿੱਤਰਤਾ ਦੇ ਲਈ ਅਰਬਾਂ ਨੂੰ ਆਵਾਜ਼ਾਂ ਮਾਰੀਆਂ ਨੇ। ਸਾਡੀ ਆਵਾਜ਼ ਦੀ ਗੂੰਜ ਵੀ ਵਾਪਸ ਨਹੀਂ ਆਈ ਉੱਥੋਂ। ਹਿਟਲਰ ਨੇ ਜਿਸ ਪਰੰਪਰਾ ਦੀ ਸ਼ੁਰੂਆਤ ਕੀਤੀ ਉਹ ਜਾਰੀ ਰੱਖਣ ਦਾ ਫੈਸਲਾ ਹੁਣ ਅਰਬਾਂ ਨੇ ਆਪਣੇ ਹੱਥ ਲੈ ਲਿਆ। ਹਿਟਲਰ ਦੀ ਆਤਮ ਕਥਾ ਅਰਬੀ ਜ਼ਬਾਨ ਦੇ ਵਿੱਚ ਛਾਪ ਕੇ ਹਰੇਕ ਫੌਜੀ ਦੇ ਹੱਥ ਫੜਾ ਰੱਖੀ ਹੈ। ਹੁਣ ਸਿਨਾਈ ਇਲਾਕਾ ਫਿਦਾਈਨ ਦੀਆਂ ਛੁਪਣ ਗਾਹਾਂ ਵਾਸਤੇ ਫਿਰ ਖਾਲੀ ਕਰ ਦਈਏ? ਸਵਾਲ ਖੜਾ ਹੋ ਗਿਆ। ਸਾਨੂੰ ਪਛੜੇ ਦੇਸ਼ ਕਿਹਾ ਜਾਂਦਾ ਹੈ, ਜਿੱਥੇ ਕੰਗਾਲੀ ਅਨਪੜ੍ਹਤਾ ਬਿਮਾਰੀ ਫੈਲੀ ਹੋਈ ਹੈ। ਹਥਿਆਰਾਂ ਦੇ ਉੱਪਰ ਦੌਲਤ ਖਰਚਣ ਦੀ ਥਾਂ ਭਲਾਈ ਸਕੀਮਾਂ 'ਤੇ ਖਰਚ ਹੋਵੇ ਤਾਂ ਯੂਰਪ ਦੀ ਬਰਾਬਰੀ ਕਰ ਸਕਦੇ ਹਾਂ ਅਸਾਂ। ਇਹਨਾਂ ਗੱਲਾਂ ਦਾ ਕਿਸੇ ਦੇਸ਼ ਦੇ ਨੁਮਾਇੰਦੇ ਉੱਪਰ ਕੋਈ ਅਸਰ ਨਹੀਂ ਹੋਇਆ। UNO ਦਾ ਸੈਕਟਰੀ ਬੋਲਿਆ, ਜੇ ਫੌਜਾਂ ਜਿੱਤੇ ਇਲਾਕੇ ਖਾਲੀ ਕਰਕੇ ਵਾਪਸ ਨਹੀਂ ਜਾਂਦੀਆਂ ਤਾਂ ਵਿਸ਼ਵ ਯੁੱਧ ਛਿੜੇਗਾ, ਜਿਸ ਦੇ ਲਈ ਇਜ਼ਰਾਈਲ ਜ਼ਿੰਮੇਵਾਰ ਹੋਏਗਾ। ਹਾਂ, ਅਸੀਂ ਇਹ ਯਕੀਨੀ ਬਣਾਵਾਂਗੇ ਕਿ ਇਜ਼ਰਾਈਲ ਦੇ ਸਮੁੰਦਰੀ ਜਹਾਜ਼ ਨਹੀਂ ਰੋਕੇ ਜਾਣਗੇ ਤੇ ਗਾਜ਼ਾ ਪੱਟੀ, ਸਿਨਾਈ ਆਦਿਕ ਥਾਵਾਂ 'ਤੇ ਫੌਜੀ ਬੰਕਰ ਨਹੀਂ ਬਣਨਗੇ। ਇਹ ਕਹਿ ਕੇ ਕਿ ਬਿਲਕੁਲ ਕੁਝ ਨਹੀਂ ਨਾਲੋਂ ਜਿੰਨਾ ਕੁ ਮਿਲਿਆ ਉਸ ਉੱਪਰ ਸਬਰ ਕਰੀਏ। ਇਜ਼ਰਾਈਲ ਨੇ ਜਿੱਤੇ ਇਲਾਕੇ ਵਾਪਸ ਕਰਨ ਦੇ ਮਤੇ ਉੱਤੇ ਦਸਤਖਤ ਕਰ ਦਿੱਤੇ। ਉਦਾਸ ਮਨ ਦੇ ਨਾਲ ਦਸਤਖਤ ਕਰਨ ਪਿੱਛੋਂ ਗੋਲਡਾ ਨੇ ਆਪਣੇ ਸਕੱਤਰ ਨੂੰ ਕਿਹਾ, ਸਾਰਾ ਕੁਝ ਨਹੀਂ ਗਵਾਚਾ। ਅਰਬਾਂ ਨੂੰ ਦਿਖਾ ਦਿੱਤਾ ਕਿ ਜਦੋਂ ਯੁੱਧ ਛਿੜੇਗਾ ਉਹ ਹਾਰਨਗੇ, ਅਸੀਂ ਜਿੱਤਾਂਗੇ। ਇਹ ਕੋਈ ਮਾੜੀ ਪ੍ਰਾਪਤੀ ਨਹੀਂ। ਇਜ਼ਰਾਈਲ ਨਾਮ ਦੇ ਇਸ ਬੱਚੇ ਨੂੰ 5 ਅਰਬ ਦੇਸ਼ਾਂ ਨੇ ਜੰਮਦਿਆਂ ਮਾਰਨ ਦਾ ਫੈਸਲਾ ਕੀਤਾ, ਪਰ ਇਹ ਬਚ ਗਿਆ। ਹੁਣ ਇਸ 7 ਸਾਲ ਦੇ ਬੱਚੇ ਨੇ ਅਰਬਾਂ ਦਾ ਲੱਕ ਤੋੜ ਦਿੱਤਾ। ਹੁਣ ਸਾਡਾ ਨਕਸ਼ਾ ਕੋਈ ਨਹੀਂ ਮਿਟਾ ਸਕੇਗਾ। ਅਮਰੀਕਾ ਦੇ ਵਿੱਚ ਕੈਨੇਡੀ ਰਾਸ਼ਟਰਪਤੀ ਚੁਣਿਆ ਗਿਆ। ਉਸ ਸਮੇਂ ਗੋਲਡਾ ਮਿਲਣ ਗਈ। ਵੱਡੇ ਘਰ ਵਾਈਟ ਹਾਊਸ ਦੇ ਵਿੱਚ 2 ਆਦਮੀ ਹੋਰ ਸਨ ਮੀਟਿੰਗ 'ਚ ਕੇਵਲ। ਗੋਲਡਾ ਨੇ ਕਿਹਾ ਕਿ ਮੈਂ ਇਜ਼ਰਾਈਲ ਵਾਸਤੇ ਹਥਿਆਰ ਮੰਗਣ ਆਈ ਹਾਂ, ਪਰ ਪਹਿਲਾਂ ਦੱਸ ਦਿਆਂ ਕਿ ਇਜ਼ਰਾਈਲ ਹੈ ਕੀ। ਅਸੀਂ 3000 ਸਾਲ ਪਹਿਲਾਂ ਦੇ ਯਹੂਦੀ ਹਾਂ, ਜਿਨ੍ਹਾਂ ਦੇ ਕੋਲੋਂ ਸਾਡਾ ਦੇਸ਼ ਖੁੱਸ ਗਿਆ ਸੀ। ਉਦੋਂ ਹੋਰ ਕੌਮਾਂ ਵੀ ਸਨ, ਜਿਵੇਂ ਅਮੋਲੀ, ਮੁਆਬੀ, ਅਸੀਰੀਏ, ਬੈਬੀਲੋਨੀਅਨ ਆਦਿਕ ਨਾਲ ਸਨ। ਤੇ ਕਹਿੰਦਾ ਹੈ ਕਿ ਉਹ ਇਹਨਾਂ ਸਾਰਿਆਂ ਉੱਤੇ ਇੰਨੀਆਂ ਸਖਤੀਆਂ ਹੋਈਆਂ ਕਿ ਇਹ ਥੱਕ ਗਏ, ਖੁਰ ਗਏ, ਖਤਮ ਹੋ ਗਏ। ਸਖਤੀਆਂ ਯਹੂਦੀਆਂ ਉੱਪਰ ਵੀ ਹੋਈਆਂ।
ਉਹਨਾਂ ਨੇ ਭਾਣਾ ਮਿੱਠਾ ਕਰਕੇ ਮੰਨਿਆ ਤੇ ਬਚ ਗਏ। ਹੁਣ ਉਹ ਆਪਣੇ ਦੇਸ਼ ਦੇ ਵਿੱਚ ਆ ਚੁੱਕੇ ਨੇ, ਪਰ 10 ਮੁਸਲਮਾਨ ਦੇਸ਼ਾਂ ਦੇ ਵਿੱਚ ਘਿਰੇ ਹੋਏ ਨੇ ਜਿਨ੍ਹਾਂ ਨੂੰ ਅਰਬ ਕੰਟਰੀਜ਼ ਕਿਹਾ ਜਾਂਦਾ ਹੈ। ਹੁਣ ਫਿਰ ਉਹਨਾਂ ਦਾ ਬੀਜ ਨਾਸ ਕਰਨ ਦੀਆਂ ਵਿਉਂਤਾਂ ਬਣ ਰਹੀਆਂ ਨੇ। ਸਾਡਾ ਕੋਈ ਸਹਾਰਾ ਨਹੀਂ ਹੈ। 60 ਲੱਖ ਤਾਂ ਇਕੱਲੇ ਹਿਟਲਰ ਦੀ ਜਾੜ ਹੇਠ ਆ ਗਏ, ਬਾਕੀ ਅਰਬ ਖਾ ਜਾਣਗੇ। ਅਮਰੀਕਾ ਦੇ ਵਿੱਚ 56 ਲੱਖ ਯਹੂਦੀ ਨੇ। ਪਤਾ ਕਰਾਓ ਉਹਨਾਂ ਨੇ ਅਮਰੀਕਾ ਦੀ ਖੁਸ਼ਹਾਲੀ ਦੇ ਲਈ ਜਾਨ ਮਾਰ ਕੇ ਕਿੰਨਾ ਕੰਮ ਕੀਤਾ ਹੈ। ਗੁਲਾਮ ਗਰੀਬ ਯਹੂਦੀਆਂ ਨੇ ਆਪਣੇ ਹੱਥਾਂ ਦੇ ਨਾਲ ਅਨੇਕ ਦੇਸ਼ ਅਮੀਰ ਕਰ ਦਿੱਤਾ ਹੈ। ਇਹਨਾਂ ਨੂੰ ਬਚਾਓ। ਤੇ ਮਿਸਟਰ ਕੈਨੇਡੀ, ਪੌਣਾ ਘੰਟਾ ਪੂਰੇ ਧਿਆਨ ਦੇ ਨਾਲ ਰਾਸ਼ਟਰਪਤੀ ਨੇ ਗੋਲਡਾ ਦੀ ਗੱਲ ਸੁਣੀ, ਫਿਰ ਉੱਠਿਆ। ਗੋਲਡਾ ਉੱਠੀ, ਉਸਦਾ ਹੱਥ ਆਪਣੇ ਹੱਥ ਫੜ ਕੇ ਕੈਨੇਡੀ ਨੇ ਕਿਹਾ, ਫਿਕਰ ਨਾ ਕਰ ਮਿਸਿਸ ਗੋਲਡਾ ਮੀਰ, ਸਮਝ ਆ ਗਈ ਹੈ ਮੈਨੂੰ, ਸਮਝ ਆ ਗਈ ਤੇਰੀ ਗੱਲ ਮੈਨੂੰ। ਇਜ਼ਰਾਈਲ ਦਾ ਵਾਲ ਵਿੰਗਾ ਨਹੀਂ ਹੋਵੇਗਾ ਹੁਣ। ਛੇਤੀ ਖਬਰ ਮਿਲੀ ਤੇ ਕੈਨੇਡੀ ਦਾ ਕਤਲ ਹੋ ਗਿਆ। ਇੱਥੇ ਮਗਾਇਆ ਸੀ ਉਹ ਗੋਲੀ ਦੇ ਨਾਲ। ਜਾਨਸਨ ਨੇ ਅਗਲੇ ਰਾਸ਼ਟਰਪਤੀ ਵਜੋਂ ਹਲਫ ਲੈ ਲਿਆ। ਸਮਾਂ ਮੁਕਰਰ ਕਰਕੇ ਗੋਲਡਾ ਵਾਈਟ ਹਾਊਸ ਮਿਲਣ ਗਈ। ਤੇ ਇੱਕ ਸੀਰੀਜ਼ ਹੈ, ਮੈਂ ਬਾਰ-ਬਾਰ ਉਹਦਾ ਜ਼ਿਕਰ ਕਰਦਾ ਹੁੰਦਾ, ਦੀ ਹੋਮਲੈਂਡ। ਉਹ ਦੇਖਿਓ, ਉਹਦੇ ਵਿੱਚ ਦਿਖਾਇਆ ਗਿਆ ਕਿ ਕੈਨੇਡੀ ਨੂੰ ਕਿੱਦਾਂ ਖ਼ਤਮ ਕੀਤਾ ਜਾਂਦਾ ਹੈ। ਇਹ ਜਿਹੜੇ ਸਾਰਾ ਮਾਫੀਆ ਹਰ ਚੀਜ਼ ਦੇ ਵਿੱਚ ਜੋ ਵੀ ਏਜੰਸੀਆਂ ਦਾ ਚੱਕਰ ਹੈ ਉਹ ਚੱਲਦਾ ਹੈ। ਸਭ ਇਨਵੋਲਵ ਨੇ ਜੀ, ਰਲੀ ਭੁਗਤ ਦੇ ਨਾਲ ਚੱਲਦਾ ਸਭ ਕੰਮ। ਅਜੇ ਕੋਈ ਗੱਲ ਨਹੀਂ ਹੋਈ ਸੀ। ਬੋਲਿਆ, ਮੈਨੂੰ ਪਤਾ ਹੈ ਗੋਲਡਾ, ਇੱਕ ਮਿੱਤਰ ਦੇ ਵਿਛੋੜੇ ਕਾਰਨ ਤੁਸੀਂ ਦੁੱਖ ਦੇ ਵਿੱਚ ਹੋ। ਯਕੀਨ ਕਰਨਾ, ਸਾਬਤ ਕਰਾਂਗਾ ਮੈਂ ਵੀ ਤੁਹਾਡਾ ਮਿੱਤਰ ਹਾਂ। ਉਸਨੇ ਦੋਸਤੀ ਨਿਭਾਈ। ਪੈਰਿਸ ਦੇ ਵਿੱਚ ਜਾ ਕੇ ਪ੍ਰਧਾਨ ਮੰਤਰੀ ਚਾਰਲਸ ਡੀ ਗਾਲ ਨੂੰ ਮਿਲੀ, ਜਿਸ ਬਾਰੇ ਸੁਣਿਆ ਸੀ ਕਿ ਬੜਾ ਸਹਿ ਭਿਆਨੀ ਹੈ ਉਹ, ਜਿਹੜਾ ਫਰੈਂਚ ਨਹੀਂ ਜਾਣਦਾ। ਉਸ ਦੇ ਨਾਲ ਉਹ ਗੱਲ ਕਰਨੀ ਪਸੰਦ ਨਹੀਂ ਕਰਦਾ। ਸੈਮੀ ਗੋਲਡਾ ਅੰਦਰ ਗਈ। ਗਾਲ ਗਰਮਜੋਸ਼ੀ ਦੇ ਨਾਲ ਮਿਲਿਆ ਉਹਨੂੰ। ਦੋ ਭਾਸ਼ੀਏ ਰਾਹੀਂ ਗੱਲਾਂ ਹੋਈਆਂ। ਅਖੀਰ ਦੇ ਵਿੱਚ ਕਿਹਾ, ਜਦੋਂ ਪੂਰੀ ਤਰ੍ਹਾਂ ਮੁਸੀਬਤ ਦੇ ਵਿੱਚ ਘਿਰ ਜਾਈਏ ਨਾ, ਉਦੋਂ ਆਵਾਜ਼ ਮਾਰੀ, ਗੋਲਡਾ ਮੈਨੂੰ ਤੇਰੀ ਮਦਦ ਕਰਾਂਗਾ। ਜੇ ਤੂੰ ਆਪ ਹਮਲਾ ਕਰਨ ਦੀ ਪਹਿਲ ਕੀਤੀ ਨਾ ਤਾਂ ਇਜ਼ਰਾਈਲ ਤਾਂ ਤਬਾਹ ਹੋਏਗਾ ਹੀ ਹੋਏਗਾ। ਸੰਸਾਰ ਯੁੱਧ ਯਕੀਨੀ ਹੈ। ਫਿਰ ਕੈਨੇਡੀ ਦੇ ਜਨਾਜ਼ੇ ਦੇ ਵਿੱਚ ਸ਼ਾਮਲ ਹੋਈ। ਦੇਖਿਆ ਡੀ ਗਾਲ ਵੀ ਖਲੋਤਾ। ਉਸਨੇ ਗੋਲਡਾ ਨੂੰ ਦੇਖਿਆ ਤੇ ਉਧਰ ਵੱਲ ਤੁਰ ਪਿਆ। ਕਿਹਾ ਜਾਂਦਾ ਸੀ ਕਿ ਡੀ ਗਾਲ ਆਪ ਜਿਹੜਾ ਕਿਸੇ ਕੋਲ ਨਹੀਂ ਜਾਂਦਾ ਸੀ। ਜਿਸ ਦੇ ਨਾਲ ਕੰਮ ਹੋਵੇ ਉਸਨੂੰ ਆਪਣੇ ਕੋਲ ਸੱਦਦਾ ਹੈ। ਉੱਚਾ ਲੰਮਾ ਸਰੂ ਕੱਦ ਡੀ ਗਾਲ ਕਿਸ ਵੱਲ ਚੱਲਿਆ। ਕੌਣ ਹੈ ਇੰਨਾ ਮਹਾਨ ਸ਼ਖਸ? ਗੋਲਡਾ ਕੋਲ ਆ ਕੇ ਰੁਕਿਆ। ਉਹ ਵਧੀਆ ਅੰਗਰੇਜ਼ੀ ਬੋਲਦਿਆਂ ਹਾਲ ਚਾਲ ਪੁੱਛਿਆ ਤੇ ਕਿਹਾ, ਮੁਸ਼ਕਲ ਦੇ ਵਿੱਚ ਸਹਾਈ ਹੋਵਾਂਗਾ। ਗੋਲਡਾ ਨੇ ਕਿਹਾ ਕਿ ਅੱਜ ਤਾਂ ਇਉਂ ਹੋਇਆ ਜਿਵੇਂ ਲਾਲ ਸਾਗਰ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੋਵੇ ਤੇ ਯਹੂਦੀ ਜਾਨਾਂ ਬਚਾ ਕੇ ਸੁੱਕੇ ਰੇਤ ਉੱਪਰ ਦੀ ਮਹਿਫੂਜ਼ ਲੰਘ ਜਾਣ। 1966 ਦੇ ਵਿੱਚ ਹਾਲਾਤ ਫਿਰ ਗੰਭੀਰ ਹੋਣ ਲੱਗ ਗਏ। ਜਿਵੇਂ ਪੰਜਾਬਿਆਂ ਦੇ ਵਿੱਚ ਨਾਸਰ ਨੇ ਫਿਦਾਇਨ ਗਰੋਹ ਦੀ ਸਥਾਪਨਾ ਕੀਤੀ ਸੀ, ਉਵੇਂ ਹੀ ਯਾਸਰ ਅਰਾਫਾਤ ਨੇ ਅਲ ਫਤਾਹ ਗਰੁੱਪ ਬਣਾ ਲਿਆ ਤੇ ਫਿਰ ਫਲਸਤੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਹੋਂਦ ਦੇ ਵਿੱਚ ਆਈ। ਨਾਸਰ ਇਸ ਦਾ ਸਰਪ੍ਰਸਤ ਸੀ। ਰੂਸ ਨੇ ਫਿਰ ਅਰਬਾਂ ਨੂੰ ਹਥਿਆਰਾਂ ਦੀਆਂ ਖੇਪਾਂ ਭੇਜਣੀਆਂ ਸ਼ੁਰੂ ਕਰ ਦਿੱਤੀਆਂ। ਗੋਲਾਨ ਚੋਟੀਆਂ ਉੱਪਰ ਤੋਪਾਂ ਗੱਜਣ ਲੱਗ ਗਈਆਂ। ਸਰਹੱਦਾਂ 'ਤੇ ਖੇਤੀ ਕਰਦੇ ਕਿਸਾਨਾਂ ਦੀ ਰਾਖੀ ਵਾਸਤੇ ਇਜ਼ਰਾਈਲੀ ਟੈਂਕ ਖਲੋਤੇ ਹੁੰਦੇ। ਹਰ ਰਾਤ ਬੱਚੇ ਬੰਕਰਾਂ ਦੇ ਵਿੱਚ ਸੌਂਦੇ। ਇੱਕ ਕਿਸਾਨ ਨੇ ਕਿਹਾ, ਸਾਨੂੰ ਇਸ ਤਰਜ਼ ਜ਼ਿੰਦਗੀ ਦੀ ਆਦਤ ਪੈ ਗਈ ਹੈ ਬੀਬੀ ਗੋਲਡਾ। ਗੋਲਡਾ ਬੋਲੀ, ਇਹੋ ਹੀ ਤਾਂ ਦੁੱਖ ਹੈ। ਮਾਪਿਆਂ ਨੂੰ ਕਦੀ ਇਹ ਆਦਤ ਨਹੀਂ ਪੈਂਦੀ ਕਿ ਉਹਨਾਂ ਦੇ ਬੱਚਿਆਂ ਦੀ ਜਾਨ ਨੂੰ ਦਿਨ ਰਾਤ ਖਤਰਾ ਰਹੇ। ਯਾਸਰ ਅਰਾਫਾਤ ਦੇ ਗੁਰੀਲਿਆਂ ਦਾ ਕੰਮ ਵੱਧ ਤੋਂ ਵੱਧ ਕਤਲ ਕਰਨਾ, ਬੱਚਿਆਂ ਨੂੰ ਅਪੰਗ ਕਰਨਾ, ਡਿਪਲੋਮੈਟਸ ਅਤੇ ਜਹਾਜ਼ ਅਗਵਾ ਕਰਨਾ ਸੀ। ਖੂਨ ਖਰਾਬੇ ਤੋਂ ਇਲਾਵਾ ਉਸਦਾ ਹੋਰ ਕੋਈ ਮਨੋਰਥ ਨਹੀਂ ਸੀ। ਬਲੈਕਮੇਲ ਕਰਕੇ ਫਿਰੌਤੀਆਂ ਇਕੱਠੀਆਂ ਕਰਨ ਦੇ ਨਾਲ ਕੀ ਹਾਸਲ ਹੋ ਸਕਦਾ ਹੈ? ਜਦੋਂ ਤੱਕ ਕਿਸੇ ਜਥੇਬੰਦੀ ਦੇ ਕੋਲ ਬੌਧਿਕ ਤੇ ਨੈਤਿਕ ਧਨ ਨਹੀਂ, ਉਸ ਦੇ ਵਿੱਚ ਡਕੈਤੀਆਂ ਪ੍ਰਫੁੱਲਤ ਹੋਣਗੀਆਂ, ਉੱਚੀ ਮੰਜ਼ਲ ਹਾਸਲ ਨਹੀਂ ਹੋਵੇਗੀ। ਯਾਸਰ ਦਾ ਮੁਕਾਬਲਾ ਕਰਨ ਦੇ ਲਈ ਇਲੇਹੂ ਨੇ ਯਹੂਦੀ ਅੰਡਰਗਰਾਊਂਡ ਗੁਰੀਲਾ ਸੈਨਾ ਖੜੀ ਕਰ ਦਿੱਤੀ। ਇਲੇਹੂ ਕਿਹਾ ਕਰਦਾ ਸੀ, ਜਿੰਨੇ ਹੁਣ ਤੱਕ ਹੋ ਗਏ, ਭਵਿੱਖ ਦੇ ਵਿੱਚ ਯਹੂਦੀਆਂ ਦਾ ਬੀਜ ਨਾਸ਼ ਕਰਨ ਵਾਲਾ ਘੱਲੂਘਾਰਾ ਨਹੀਂ ਹੋਣ ਦਿਆਂਗਾ।
रूस ने बयान दाग दिता, ਤਿਆਰੀਆਂ ਤੋਂ ਲੱਗਦਾ ਹੈ ਕਿ ਇਜ਼ਰਾਈਲ ਸੀਰੀਆ ਦੇ ਉੱਪਰ ਹਮਲਾ ਕਰੇਗਾ। ਇਹ ਝੂਠਾ ਦੋਸ਼ ਸੀ, ਪਰ UNO ਨੇ ਪੜਤਾਲੀਆ ਟੀਮ ਭੇਜੀ ਤੇ ਟੀਮ ਨੇ ਰਿਪੋਰਟ ਦਿੱਤੀ। ਸਾਬਤ ਨਹੀਂ ਹੁੰਦਾ ਹਮਲੇ ਦੇ ਲਈ ਤਿਆਰੀ ਹੈ ਕਿ ਨਹੀਂ। ਇਸ ਦੇ ਉਲਟ ਸੀਰੀਆ ਰੂਸੀ ਹਥਿਆਰਾਂ ਦੇ ਨਾਲ ਬੰਬਮਾਰੀ ਕਰਦਾ ਰਿਹਾ ਤੇ ਅਪ੍ਰੈਲ 1967 ਦੇ ਵਿੱਚ ਸੀਰੀਆ ਨੇ ਹਵਾਈ ਹਮਲੇ ਕੀਤੇ ਤਾਂ ਇਜ਼ਰਾਈਲੀ ਸੈਨਾ ਨੇ 6 ਰੂਸੀ ਮਿਗ ਜਹਾਜ਼ ਫੁੰਡ ਲਏ। ਜੂਨ ਦੇ ਵਿੱਚ ਤੀਜੇ ਅਰਬ ਇਜ਼ਰਾਈਲ ਯੁੱਧ ਦੇ ਸੰਕੇਤ ਮਿਲਣ ਲੱਗ ਗਏ। ਰੂਸੀ ਦੂਤ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੂੰ ਕਿਹਾ, ਤੁਹਾਡੀਆਂ ਫੌਜਾਂ ਦਾ ਸੀਰੀਆ ਵੱਲ ਵਧਣਾ ਠੀਕ ਨਹੀਂ। ਪ੍ਰਧਾਨ ਮੰਤਰੀ ਨੇ ਦੂਤ ਨੂੰ ਕਿਹਾ, ਚੱਲ ਮੇਰੇ ਨਾਲ ਬਾਰਡਰ ਦੇ ਉੱਤੇ ਚੱਲ ਕੇ ਫੌਜਾਂ ਦਿਖਾ ਜਰਾ। ਦੂਤ ਨੇ ਇਹ ਕਹਿ ਕੇ ਗੱਲ ਟਾਲਤੀ, ਮੈਨੂੰ ਹੋਰ ਜ਼ਰੂਰੀ ਕੰਮ ਨੇ, ਵਿਹਲਾ ਨਹੀਂ ਮੈਂ ਫੌਜਾਂ ਦਿਖਾਉਣ ਨੂੰ। ਰੂਸ ਅਤੇ ਨਾਸਰ ਨੂੰ ਉਹ ਝੂਠੇ ਕਿਵੇਂ ਸਾਬਤ ਕਰਦਾ। ਨਾਸਰ ਦਾ ਬਿਆਨ ਆਇਆ, ਇਜ਼ਰਾਈਲ ਹਮਲਾ ਕਰਨ ਹੀ ਵਾਲਾ ਹੈ। UNO ਦੀਆਂ ਜਿਹੜੀਆਂ ਫੌਜੀ ਟੁਕੜੀਆਂ ਗਾਜ਼ਾ ਪੱਟੀ ਅਤੇ ਸ਼ਰਮ ਅਲ ਸ਼ੇਖ ਦੇ ਵਿੱਚ ਬੈਠੀਆਂ ਨੇ, ਉਹ ਨਿਕਲ ਜਾਣ। ਇਹ ਫੌਜਾਂ ਤਾਂ ਇੱਥੇ ਰੱਖੀਆਂ ਹੀ ਇਸ ਦੇ ਲਈ ਸਨ ਕਿ ਸ਼ਰਾਰਤੀ ਅਨਸਰਾਂ 'ਤੇ ਨਿਗਾਹ ਰੱਖਣ। UNO ਇਹਨਾਂ ਨੂੰ ਕਿਉਂ ਕੱਢੇ? ਪਰ ਗਜਬ, ਇਹਨਾਂ ਇਜ਼ਰਾਈਲ ਦੀ ਸਲਾਹ ਲਿਆ। ਸਕੱਤਰ ਉਥਾਟ ਨੇ ਫੌਜੀਆਂ ਨੂੰ ਵਾਪਸ ਆਉਣ ਦੇ ਆਰਡਰ ਕਰ ਦਿੱਤੇ। ਨਾਸਰ ਦਾ ਦੂਜਾ ਬਿਆਨ 22 ਮਈ ਨੂੰ ਆ ਗਿਆ, ਇਜ਼ਰਾਈਲੀ ਸਮੁੰਦਰੀ ਜਹਾਜ਼ ਅਕਾਬਾ ਦੀ ਖਾੜੀ ਦੇ ਵਿੱਚੋਂ ਨਹੀਂ ਲੰਘਣਗੇ, ਜਾਣੀ ਕਿ UNO ਦੇ ਫੈਸਲੇ ਦੀ ਦਲੇਰੀ ਦੇ ਨਾਲ ਉਲੰਘਣਾ। ਰਾਸ਼ਟਰਪਤੀ ਜਾਨਸਨ ਦਾ ਬਿਆਨ ਆਇਆ, ਮਿਸਰ ਦੇ ਐਲਾਨ ਸਹੀ ਨਹੀਂ ਨੇ। ਉਲਾਟ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਹ ਨਾਸਰ ਨੂੰ ਮਿਲਣ ਤੇ ਮਨਾਉਣ ਵਾਸਤੇ ਜਿਹੜਾ ਸੀ ਕਾਇਰੋ ਚਲਿਆ ਗਿਆ। ਪਰ ਨਾਸਰ ਉੱਪਰ ਕੀ ਅਸਰ ਹੋਣਾ ਸੀ ਇਹਦਾ? ਰੂਸੀ ਰਾਸ਼ਟਰਪਤੀ ਕੋਸਿਗਿਨ ਨੇ ਨਾਸਰ ਨੂੰ ਸੁਨੇਹਾ ਭੇਜਿਆ, ਯੁੱਧ ਛਿੜ ਗਿਆ ਤਾਂ ਰੂਸ ਮਿਸਰ ਦੇ ਨਾਲ ਖਲੋਏਗਾ। 1 ਜੂਨ ਨੂੰ ਸਨਾਈ ਬਾਰਡਰ ਦੇ ਉੱਤੇ 1 ਲੱਖ ਮਿਸਰੀ ਫੌਜੀ ਤੈਨਾਤ ਹੋ ਗਏ। 900 ਮਿਸਰੀ ਟੈਂਕ ਤੇ 300 ਸੀਰੀਅਨ ਜਿਹੜੇ ਸਨ ਟੈਂਕਾਂ ਸਮੇਤ 6 ਬਟਾਲੀਅਨਾਂ ਉੱਤਰ ਵੱਲ ਸੱਜ ਗਈਆਂ। ਕੁਝ ਦਿਨ ਹਿਚਕਚਾਇਆ, ਪਰ ਲੁੱਟ ਮਾਰ ਦਾ ਸ਼ੌਂਕ ਪੂਰਾ ਕਰਨ ਹਿੱਤ ਜਾਰਡਨ ਦਾ ਬਾਦਸ਼ਾਹ ਹੁਸੈਨ ਵੀ ਰਲ ਗਿਆ। ਉਸਨੇ 270 ਟੈਂਕ ਤੇ 7 ਬ੍ਰਿਗੇਡ ਫੌਜ ਭੇਜੀ। ਏਅਰ ਫੋਰਸ ਵੀ ਮਦਦ ਦੇ ਲਈ ਆਈ। ਯੁੱਧ ਤੋਂ 1 ਦਿਨ ਪਹਿਲਾਂ ਨਾਸਰ ਦੇ ਨਾਲ ਇਰਾਕ ਆ ਮਿਲਿਆ। ਯੂਰਪ ਅਤੇ ਅਮਰੀਕਾ ਖਾਮੋਸ਼ ਦਰਸ਼ਕ ਸਨ, ਪਰ ਸੋਵੀਅਤ ਦੇਸ਼ ਮਿਸਰ ਦੇ ਹੱਕ ਦੇ ਵਿੱਚ ਦਹਾੜ ਰਿਹਾ ਸੀ। ਨਾਸਰ ਨੂੰ ਵਿਸ਼ਵਾਸ ਹੋ ਗਿਆ ਕਿ ਇਸ ਆਖਰੀ ਘਸੁੰਨ ਦੇ ਨਾਲ ਇਜ਼ਰਾਈਲ ਦਾ ਮਲੀਆ ਮੇਟ ਯਕੀਨੀ ਹੈ। ਵਿਦੇਸ਼ ਮੰਤਰੀ ਅਮਰੀਕਾ, ਫਰਾਂਸ, ਕੈਨੇਡਾ ਦੇ ਰਾਸ਼ਟਰਪਤੀਆਂ ਦੇ ਕੋਲ ਸਹਾਇਤਾ ਵਾਸਤੇ ਚਲਿਆ ਗਿਆ। ਸਾਰਿਆਂ ਦਾ ਇੱਕੋ ਉੱਤਰ, ਪਹਿਲ ਨਹੀਂ ਕਰਨੀ, ਸ਼ਾਂਤ ਰਹੋ ਉਡੀਕੋ। ਡੀ ਗਾਲ ਨੇ ਕਿਹਾ, ਜੇ ਤੁਹਾਡੇ ਉੱਪਰ ਹਮਲਾ ਹੋ ਗਿਆ ਅਸੀਂ ਮਦਦ ਕਰਨ ਆਵਾਂਗੇ। ਮੰਤਰੀ ਨੇ ਕਿਹਾ, ਪਰ ਤੁਹਾਡੇ ਆਉਣ ਤੋਂ ਪਹਿਲਾਂ ਸਾਡਾ ਭੋਗ ਪੈ ਗਿਆ ਫਿਰ। ਡੀ ਗਾਲ ਨੇ ਵਾਕ ਦੁਹਰਾਇਆ, ਪਹਿਲ ਨਹੀਂ ਕਰਨੀ। ਇਜ਼ਰਾਈਲ ਦੀ ਸੈਨਾ ਤੇ ਪ੍ਰਜਾ ਯੁੱਧ ਦੇ ਲਈ ਤਿਆਰ ਸੀ। ਕੋਈ ਮਦਦ ਆਵੇ ਨਾ ਆਵੇ, ਸਾਰੇ ਦੇਸ਼ ਦੇ ਵਿੱਚ ਮੋਰਚੇ ਪੁੱਟ ਦਿੱਤੇ ਗਏ। ਤਿਆਰ ਸੈਨਿਕ ਬਿਗਲ ਦੀ ਆਵਾਜ਼ ਉਡੀਕਣ ਲੱਗ ਗਏ। ਘੰਟੇ ਦਿਨ ਜਿੱਡੇ ਤੇ ਦਿਨ ਮਹੀਨੇ ਜਿੱਡੇ ਲੰਮੇ ਹੋ ਗਏ। ਕਿਸ ਬਾਗ ਦੇ ਵਿੱਚ ਲਾਸ਼ਾਂ ਦਫਨ ਹੋਣਗੀਆਂ ਟਿਕ ਲਏ। ਬਲੈਕ ਆਊਟ ਦਾ ਐਲਾਨ ਹੋ ਗਿਆ। ਹੋਟਲ ਖਾਲੀ ਕਰਵਾਏ ਤਾਂ ਕਿ ਜ਼ਖਮੀਆਂ ਨੂੰ ਇਲਾਜ ਦੇ ਲਈ ਥਾਂ ਮਿਲ ਸਕੇ। ਦਵਾਈਆਂ, ਟੀਕੇ, ਪੱਟੀਆਂ ਤੇ ਥੋਕ ਆਰਡਰ ਹੋਏ। ਹਰੇਕ ਯਹੂਦੀ ਲੜ ਕੇ ਮਰਨ ਦੇ ਲਈ ਤਿਆਰ ਹੋ ਗਿਆ। ਕੇਵਲ ਫੌਜੀ ਨਹੀਂ, ਸਿਵਿਲੀਅਨ ਵੀ। ਪੂਰਾ ਦੇਸ਼ ਇੱਕ ਪਰਿਵਾਰ ਹੋ ਗਿਆ। ਜਿੱਤਣਾ ਪਵੇਗਾ, ਕਿਉਂਕਿ ਹਾਰ ਦਾ ਮਤਲਬ ਹੈ ਪੂਰਨ ਤਬਾਹੀ। ਸਮੁੱਚੇ ਦੇਸ਼ ਦਾ ਕਤਲ। ਇੱਕ ਬੰਦਾ ਵੀ ਇਜ਼ਰਾਈਲ ਛੱਡ ਕੇ ਕਿਸੇ ਹੋਰ ਦੇਸ਼ ਨਹੀਂ ਗਿਆ। ਹਿਟਲਰ ਦੇ ਤਸੀਹਾ ਕੇਂਦਰਾਂ ਦੇ ਵਿੱਚੋਂ ਬਚੇ ਯਹੂਦੀਆਂ ਨੇ ਕਿਹਾ, ਮੌਤ ਠੀਕ ਹੈ, ਹੋਰ ਤਸੀਹਾ ਕੈਂਪ ਨਹੀਂ। ਜਿਹੜੇ ਯਹੂਦੀ ਕਿਸੇ ਕੰਮ ਕਾਜ ਸਦਕਾ ਬਾਹਰ ਗਏ ਹੋਏ ਸਨ, ਦੇਸ਼ ਪਰਤ ਆਏ। ਇਸ ਮੌਕੇ ਪਿੱਠ ਨਹੀਂ ਦਿਖਾਉਣੀ। ਅੰਤਰਰਾਸ਼ਟਰੀ ਯਹੂਦੀ ਸੰਗਠਨ ਨੇ ਬਿਆਨ ਦਿੱਤਾ, ਜੇ ਇਜ਼ਰਾਈਲ ਮਿਟ ਗਿਆ, ਸਮਝਣਾ ਦੁਨੀਆ ਦਾ ਹਰ ਯਹੂਦੀ ਫਿਰ ਤੋਂ ਗੁਲਾਮ ਹੋ ਗਿਆ। ਬਰਤਾਨਵੀ ਯਹੂਦੀ ਹਿੰਸਾ ਉੱਪਰ ਉਤਰ ਆਏ। ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਇੱਕੋ ਇੱਕ ਇਜ਼ਰਾਈਲ ਏਅਰਲਾਈਨਸ ਦਾ ਜਹਾਜ਼ ਸਾਰੇ ਮੁਸਾਫਰਾਂ ਨੂੰ ਲੰਦਨ ਤੋਂ ਇਜ਼ਰਾਈਲ ਲੈ ਕੇ ਕਿਉਂ ਨਹੀਂ ਗਿਆ, ਜਦੋਂ ਕਿ ਉਹ ਫਰਸ਼ ਉੱਪਰ ਬੈਠ ਕੇ ਜਾਣ ਦੇ ਲਈ ਵੀ ਤਿਆਰ ਸਨ, ਜਾਣੀ ਕਿ ਲੰਦਨ ਯਹੂਦੀਆਂ ਨੂੰ ਮੌਤ ਦੇ ਮੂੰਹ ਦੇ ਵਿੱਚ ਜਾਣ ਤੋਂ ਵੀ ਰੋਕ ਰਿਹਾ ਹੈ। ਜਿਹੜੇ 2500 ਯਹੂਦੀ ਇੰਗਲੈਂਡ ਤੋਂ ਇਜ਼ਰਾਈਲ ਨਹੀਂ ਆ ਸਕੇ ਕਿਉਂਕਿ ਫਲਾਈਟਾਂ ਰੱਦ ਹੋ ਗਈਆਂ। ਵਾਰ ਫੰਡ ਲੈਣ
ਗੋਲਡਾ ਨੇ ਯੂਰਪ ਦਾ ਦੌਰਾ ਕਰਦਿਆਂ ਉਹਨਾਂ ਨੂੰ ਮਿਲਣਾ ਚਾਹਿਆ। ਅਖਬਾਰ ਪੜ੍ਹ ਕੇ 1000 ਬੰਦੇ ਇਕੱਠੇ ਹੋਏ। ਗੋਲਡਾ ਨੇ ਪੁੱਛਿਆ, ਅਜਿਹੀ ਕੀ ਗੱਲ ਸੀ ਜਿਸ ਸਦਕਾ ਤੁਸੀਂ ਖਤਰਨਾਕ ਥਾਂ ਦੇ ਵਿੱਚ ਕੁੱਦਣਾ ਚਾਹਿਆ ਹੈ? ਇੱਕ ਜਵਾਨ ਨੇ ਜਵਾਬ ਦਿੱਤਾ, ਜਦੋਂ ਪਿਛਲਾ 6 ਦਿਨ ਦਾ ਯੁੱਧ ਛਿੜਿਆ ਹੈ, ਸਾਡੇ ਸਾਹ ਸੂਤੇ ਗਏ ਸਨ। ਇਜ਼ਰਾਈਲ ਹਾਰ ਜਾਂਦਾ ਸੀ, ਉਹ ਨਹੀਂ ਰਹਿਣਾ ਸੀ ਜੋ ਹੁਣ ਹਾਂ। ਸਾਡੇ ਦੋਸਤਾਂ ਗਵਾਂਢੀਆਂ ਤੱਕ ਦੇ ਨਜ਼ਰੀਏ ਬਦਲ ਜਾਣੇ ਸਨ। ਸਾਰੀ ਦੁਨੀਆ ਬਦਲ ਜਾਣੀ ਸੀ। ਇੱਕ ਵੱਡੇ ਪਰਿਵਾਰ ਦੀ ਸਮੂਹਿਕ ਹੱਤਿਆ। ਸਾਡੇ ਵਿੱਚੋਂ ਬਹੁਤ ਮੰਦਰ ਨਹੀਂ ਜਾਂਦੇ ਤਾਂ ਕੀ ਹੈ? ਸਾਡਾ ਪਰਿਵਾਰ ਯਰੂਸ਼ਲਮ ਦੇ ਵਿੱਚ ਵਸਦਾ ਹੈ। ਅਰਬਾਂ ਨੂੰ ਖੁਸ਼ ਕਰਨ ਦੇ ਲਈ ਇਜ਼ਰਾਈਲ ਨੂੰ ਗਲੋਬ ਦੇ ਨਕਸ਼ੇ ਤੋਂ ਪੂੰਝ ਦਈਏ। 5 ਜੂਨ ਸਵੇਰ ਸਾਇਰਨ ਵੱਜੇ ਤਾਂ ਪਤਾ ਲੱਗਿਆ ਕਿ ਯੁੱਧ ਛਿੜ ਗਿਆ। ਇੰਤਜ਼ਾਰ ਖਤਮ। ਲੋਕ ਸਾਰਾ ਦਿਨ ਅੱਧੀ ਰਾਤ ਤੱਕ ਰੇਡੀਓ ਦੇ ਨਾਲ ਲੱਗੇ ਬੈਠੇ ਰਹੇ। ਅੱਧੀ ਰਾਤ ਖਬਰ ਮਿਲੀ ਕਿ ਸੀਰੀਆ ਤੇ ਜਾਰਡਨ ਦੇ ਵਿੱਚ ਇਜ਼ਰਾਈਲ ਨੇ 400 ਲੜਾਕੂ ਜਹਾਜ਼ ਤਬਾਹ ਕਰ ਦਿੱਤੇ। ਹਵਾਈ ਅੱਡੇ ਬੰਬਾਰੀ ਦੇ ਨਾਲ ਪੁੱਟ ਸੁੱਟੇ। ਹੁਣ ਅਗਲੇ ਦਿਨ ਮੈਦਾਨਾਂ ਵੱਲੋਂ ਅੱਗੇ ਵਧਿਆ ਜਾ ਰਿਹਾ ਸੀ। ਇਜ਼ਰਾਈਲੀ ਫੌਜ ਵਾਹੋ ਤਾਹੀ ਸੁਏਜ਼ ਨਹਿਰ ਵੱਲ ਵਧ ਰਹੀ ਸੀ। ਜਿਹੜਾ ਯਹੂਦੀ ਹੱਥ ਹਮੇਸ਼ਾ ਦੋਸਤੀ ਵਾਸਤੇ ਵਧਾਇਆ, ਉਹ ਘਸੁੰਨ ਬਣ ਗਿਆ। ਅਰਬਾਂ ਦੀਆਂ ਆਸਾਂ ਮਿਟਣ ਲੱਗੀਆਂ। ਅਬਦੁੱਲੇ ਦਾ ਪੋਤਾ ਹੁਸੈਨ, ਜਾਰਡਨ ਦਾ ਬਾਦਸ਼ਾਹ, ਪਹਿਲਾਂ ਬਾਬੇ ਵਾਂਗ ਦੋਚਿੱਤੀ ਦੇ ਵਿੱਚ ਸੀ, ਪਰ ਆਖਰ ਉਸਦਾ ਵੀ ਇਸਲਾਮੀ ਖੂਨ ਖੋਲ ਪਿਆ। ਉਸਨੇ ਯਰੂਸ਼ਲਮ ਦੇ ਮੰਦਰਾਂ ਦੇ ਵਿੱਚ ਭਾਰੀ ਬੰਬਾਰੀ ਕਰਕੇ ਤਬਾਹੀ ਮਚਾਈ। ਦੁਨੀਆ ਨੂੰ ਪਤਾ ਲੱਗ ਗਿਆ ਕਿ ਅਰਬ ਈਸਾਈ ਚਰਚਾਂ ਯਹੂਦੀ ਮੰਦਰਾਂ ਤੇ ਮਸਜਿਦਾਂ ਦਾ ਕਿੰਨਾ ਕੁ ਆਦਰ ਕਰਦੇ ਨੇ। ਮਸੀਤਾਂ ਦੇ ਮੀਨਾਰਾਂ ਦੇ ਉੱਪਰ ਮੋਰਚੇ ਬਣਾ ਕੇ ਫਾਇਰਿੰਗ ਕਰਦੇ ਰਹੇ, ਜਿਸ ਦੇ ਨਾਲ ਪ੍ਰਜਾ ਅਤੇ ਫੌਜ ਦੋਵਾਂ ਦਾ ਨੁਕਸਾਨ ਹੋਇਆ। ਮਿਸਰੀਆਂ ਨੂੰ 3 ਦਿਨਾਂ ਦੇ ਵਿੱਚ ਕੁੱਟ ਦਿੱਤਾ ਗਿਆ। ਹੁਣ 2 ਦਿਨ ਦੇ ਵਿੱਚ ਜਾਰਡਨ ਕੁੱਟਿਆ ਜਾਣਾ ਹੈ। 8 ਜੂਨ ਨੂੰ ਗਾਜ਼ਾ ਪੱਟੀ ਦੇ ਰਾਜਪਾਲ ਨੇ ਹਥਿਆਰ ਸੁੱਟ ਦਿੱਤੇ। ਇਜ਼ਰਾਈਲੀ ਫੌਜ ਸੁਏਜ਼ ਨਹਿਰ ਦੇ ਪੂਰਬੀ ਕੰਢੇ ਤੱਕ ਜਾ ਪੁੱਜੀ। ਤਹਿਰਾਨ, ਜਿਹੜਾ ਸੀ ਆਪਣਾ ਈਰਾਨ ਦੀ ਕੈਪੀਟਲ ਤਹਿਰਾਨ ਦੇ ਮੈਦਾਨ ਅਤੇ ਬੰਦਰਗਾਹ ਕਾਬੂ ਕਰ ਲਈ। ਨਾਸਰ ਨੇ ਖੁਦ ਸਵੀਕਾਰ ਕੀਤਾ ਕਿ ਉਸਦੇ 10,000 ਜਵਾਨ, 1,500 ਅਫਸਰ ਮਾਰੇ ਗਏ ਨੇ। 6,000 ਮਿਸਰੀ ਇਜ਼ਰਾਈਲ ਨੇ ਬੰਦੀ ਬਣਾ ਲਏ ਨੇ। ਸਿਨਾਈ ਅਤੇ ਪੂਰੀ ਗਾਜ਼ਾ ਪੱਟੀ ਉੱਪਰ ਇਜ਼ਰਾਈਲ ਦੀ ਮਾਲਕੀ, ਜਾਰਡਨ ਦੀ ਅੱਧੀ ਰਾਜਧਾਨੀ ਉੱਪਰ ਇਜ਼ਰਾਈਲ ਦਾ ਕਬਜ਼ਾ ਹੋ ਗਿਆ। 9 ਜੂਨ 1967 ਨੂੰ ਸੀਰੀਆ ਦੀ ਵਾਰੀ ਆਈ। ਗੋਲਾਨ ਜਿਹੜੀਆਂ ਪਹਾੜੀਆਂ ਚੋਟੀਆਂ ਨੂੰ ਅਜਿੱਤ ਜਾਣ ਕੇ ਇੱਥੇ ਬੀੜੀਆਂ, ਤੋਪਾਂ, ਪੇਂਡੂਆਂ ਉੱਪਰ ਗੋਲੇ ਉਗਲਣ ਲੱਗ ਪਈਆਂ। ਉਹ ਖਾਮੋਸ਼ ਕਰਨੀਆਂ ਸਨ। ਗਿੱਠ ਧਰਤੀ ਦੇ ਵਿੱਚ ਮਾਈਨਾਂ ਦੱਬੀਆਂ ਹੋਈਆਂ ਸਨ ਤੇ ਸੀਰੀਅਨ ਫੌਜਾਂ ਨੇ ਪੱਕੇ ਬੰਕਰ ਬਣਾਏ ਹੋਏ ਸੀ। 2 ਦਿਨ ਅਤੇ 1 ਰਾਤ ਦੇ ਵਿੱਚ ਇਜ਼ਰਾਈਲੀ ਫੌਜਾਂ ਨੇ ਸਭ ਕੁਝ ਤਹਿਸ-ਨਹਿਸ ਕਰ ਦਿੱਤਾ। ਸੀਰੀਆ ਨੇ UNO ਅੱਗੇ ਜੰਗਬੰਦੀ ਕਰਾਉਣ ਵਾਸਤੇ ਫਰਿਆਦ ਕੀਤੀ। ਯਹੂਦੀ ਫਰੰਟ ਦਾ ਇਜ਼ਰਾਈਲੀ ਜਰਨੈਲ ਦਾਊਦ ਇਲਜ਼ਰ ਸਭ ਤੋਂ ਉੱਚੀ ਗੋਲਾਨ ਚੋਟੀ ਉੱਪਰ ਚੜ੍ਹ ਕੇ ਦਹਾੜਿਆ, ਮੈਂ ਦੂਰ ਤੱਕ ਤੁਹਾਡੀ ਬਹਾਦਰੀ ਦਾ ਚਮਤਕਾਰ ਇਸ ਚੋਟੀ ਤੋਂ ਸਾਫ਼ ਦੇਖ ਰਿਹਾ। ਸੀਰੀਆ ਵਾਸੀਓ, ਇੱਕ ਵਾਰ ਫਿਰ ਅਰਬ ਅਤੇ ਰੂਸ ਹਾਰ ਗਏ। ਐਤਕਾਂ ਦੀ ਹਾਰ ਮਹਿੰਗੀ ਪਈ ਸੀ। ਲੱਗਦਾ ਹੈ ਹੁਣ ਕਦੇ ਯੁੱਧ ਨਾ ਹੀ ਹੋਵੇ। ਸਾਰਾ ਇਜ਼ਰਾਈਲ ਛੁੱਟੀ ਲੈ ਕੇ ਜਸ਼ਨ ਮਨਾਉਣ ਦੇ ਲਈ ਨਿਕਲ ਤੁਰਿਆ। ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਯਰੂਸ਼ਲਮ ਦੇ ਮੰਦਰ ਦੇ ਵਿੱਚ ਸ਼ੁਕਰਾਨਾ ਕਰਨਗੇ। ਜਿਨ੍ਹਾਂ ਥਾਵਾਂ ਦੇ ਉੱਤੇ ਯੁੱਧ ਹੋਇਆ, ਅਣਗਿਣਤ ਲੋਕ ਉੱਧਰਲੇ ਦ੍ਰਿਸ਼ ਦੇਖਣ ਗਏ। ਹਜ਼ਾਰਾਂ ਕਾਰਾਂ, ਬੱਸਾਂ, ਜੀਪਾਂ ਦੇ ਕਾਫਲੇ। ਜਾਰਡਨ ਸ਼ਹਿਰ ਨੂੰ ਕੰਡਿਆਲੀ ਤਾਰ ਅਤੇ ਕੰਧ ਦੇ ਨਾਲ 2 ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਸੀ। ਇਜ਼ਰਾਈਲ ਫੌਜ ਦੇ ਬਲਡੋਜ਼ਰਾਂ ਨੇ ਕੰਧ ਢੇਰੀ ਕਰ ਦਿੱਤੀ। ਸ਼ਹਿਰ ਇੱਕ ਹੋ ਗਿਆ। ਮੁਸਲਮਾਨ ਵੀ ਵੱਡੀ ਗਿਣਤੀ ਦੇ ਵਿੱਚ ਪੁਰਾਣੇ ਜਾਰਡਨ ਨੂੰ ਦੇਖਣ ਆਏ। ਗੋਲਡਾ ਨੇ ਲਿਖਿਆ, ਮੈਂ ਮੰਨਦੀ ਹਾਂ ਇਜ਼ਰਾਈਲੀ ਲੋਕਾਂ ਦੇ ਵਿੱਚ ਘੁੱਗੀਆਂ ਵੀ ਹਨ ਤੇ ਬਾਜ ਵੀ ਨੇ, ਪਰ ਦੁਨੀਆ ਨੇ ਦੇਖਿਆ ਅਸੀਂ ਮਿੱਟੀ ਦੇ ਤੋਤੇ ਨਹੀਂ ਹਾਂ। ਜਾਰਡਨ ਦੇ ਆਕਾ ਹੁਸੈਨ ਨੇ ਦੁਨੀਆ ਅੱਗੇ ਵਾਸਤਾ ਪਾਇਆ, ਸਾਡਾ ਬਹੁਤ ਜਾਨੀ ਨੁਕਸਾਨ ਹੋ ਗਿਆ, ਸਾਡੀ ਮਦਦ ਕਰੋ। ਗੋਲਡਾ ਨੇ ਕਿਹਾ, ਇਹ ਵਾਸਤਾ ਇਉਂ ਹੀ ਹੈ ਜਿਵੇਂ ਕੋਈ ਬੰਦਾ ਆਪਣੇ ਮਾਪਿਆਂ ਨੂੰ ਕਤਲ ਕਰਕੇ ਆਖੇ, ਮੈਂ ਯਤੀਮ ਹੋ ਗਿਆ, ਮੇਰੀ ਮਦਦ ਕਰੋ। 7 ਮਾਰਚ 1979 ਨੂੰ ਗੋਲਡਾ ਨੇ ਪ੍ਰਧਾਨ ਮੰਤਰੀ ਦੀ ਜ਼ਿੰਮੇਵਾਰੀ ਸੰਭਾਲੀ। ਪਹਿਲਾ ਕੰਮ ਉਸਨੇ ਅਮਨ ਦਾ ਵਾਸਤਾ ਪਾਉਂਦਿਆਂ ਅਰਬਾਂ ਅੱਗੇ ਸ਼ਾਂਤੀ ਸੰਧੀ ਦੀ ਅਪੀਲ ਕੀਤੀ। ਨਾਸਰ ਨੇ ਜਵਾਬ ਦਿੱਤਾ, ਯੁੱਧ ਦੇ ਬਿਗਲ ਤੋਂ ਵਧੇਕ ਉੱਚੀ ਕੋਈ ਆਵਾਜ਼ ਨਹੀਂ। ਯੁੱਧ ਨੂੰ ਸੱਦਾ ਦੇਣ ਤੋਂ ਵੱਧ ਪਵਿੱਤਰ ਕੋਈ ਸੱਦਾ ਨਹੀਂ। ਜਾਰਡਨ ਦੇ ਮਸ਼ਹੂਰ ਅਖਬਾਰ ਨੇ ਲਿਖਿਆ, ਬੀਬੀ ਗੋਲਡਾ ਕਾਇਰੋ ਜਾ ਕੇ ਬਾਦਸ਼ਾਹ ਨਾਸਰ ਦੇ ਨਾਲ ਗੱਲ ਕਰਨੀ ਚਾਹੁੰਦੀ ਹੈ,
ਪਰ ਉਸਨੂੰ ਅਫਸੋਸ ਹੈ ਕਿ ਉਸਨੂੰ ਕੋਈ ਸੱਦਦਾ ਹੀ ਨਹੀਂ। ਉਸਨੂੰ ਲੱਗਦਾ ਹੈ ਜਦੋਂ ਚੰਗਾ ਦਿਨ ਚੜ੍ਹੇਗਾ ਉਦੋਂ ਮੱਧ ਏਸ਼ੀਆ ਦੇ ਵਿੱਚ ਹਥਿਆਰ ਨਹੀਂ ਦਿਸਣਗੇ। ਮਾਈ ਗੋਲਡਾ ਜਿਹੜੀ ਸੀ, ਬੀਬੀ ਗੋਲਡਾ, ਦਾਦੀ ਮਾਂ ਵਾਂਗ ਬੱਚਿਆਂ ਨੂੰ ਬਾਤਾਂ ਸੁਣਾ ਰਹੀ ਹੈ ਤਾਂ ਕਿ ਸੌ ਜਾਣ। ਗੋਲਡਾ ਨੇ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਸਤੇ ਸੁਨੇਹਾ ਭੇਜਿਆ। ਨਿਕਸਨ ਨੇ 24 ਸਤੰਬਰ ਨੂੰ ਆਉਣ ਦੇ ਲਈ ਕਿਹਾ, ਨਾਲੇ ਪਰਿਵਾਰ ਨੂੰ ਡਿਨਰ ਵਾਸਤੇ ਸੱਦਾ ਦਿੱਤਾ। ਜਦੋਂ ਗੋਲਡਾ ਅਮਰੀਕਾ ਪੁੱਜੀ 30,000 ਯਹੂਦੀਆਂ ਦਾ ਇਕੱਠ ਉਸਦੇ ਸਵਾਗਤ ਵਾਸਤੇ ਘੰਟਿਆਂ ਤੋਂ ਉਡੀਕ ਦੇ ਵਿੱਚ ਖਲੋਤਾ ਸੀ। ਉਸਨੇ ਸ਼ੁਕਰਾਨੇ ਵਜੋਂ ਥੋੜ੍ਹੇ ਕੁ ਲਫ਼ਜ਼ ਕਹੇ। ਜੋਸ਼ੀਲੇ ਹਜੂਮ ਨੇ ਬੁਲੰਦ ਨਾਅਰੇ ਲਾਏ, ਸਵਾਗਤੀ ਸ਼ਬਦ ਕਹੇ। ਇੱਕ ਪ੍ਰਸ਼ੰਸਕ ਨੇ ਹੌਲੀ ਜਿਹੇ ਕਿਹਾ, ਗੋਲਡਾ, ਤੂੰ ਜੇ ਡਾਇਰੈਕਟਰੀ ਦਾ ਪੰਨਾ ਖੋਲ੍ਹ ਕੇ ਉਸਦੇ ਵਿੱਚੋਂ ਟੈਲੀਫੋਨਾਂ ਦੇ ਨੰਬਰ ਸੁਣਾਉਣ ਲੱਗ ਜਾਏ ਨਾ ਤਾਂ ਵੀ ਇਹ ਜੈਕਾਰੇ ਛੱਡੇ ਜਾਣਗੇ। ਸਭ ਤੇਰੇ ਤੇ ਫਿਦਾ ਹਨ। ਅਗਲੇ ਦਿਨ ਵਾਈਟ ਹਾਊਸ ਲਿਮੋਜ਼ਿਨ ਰੁਕੀ ਤਾਂ ਨਿਕਸਨ ਨੇ ਬਾਹਰ ਆਉਣ ਵਾਸਤੇ ਹੱਥ ਦਾ ਸਹਾਰਾ ਦਿੱਤਾ। ਉਸਦੀ ਪਤਨੀ ਨੇ ਗੁਲਦਸਤਾ ਭੇਂਟ ਕੀਤਾ। ਇਸ ਸਵਾਗਤ ਨੇ ਗੋਲਡਾ ਦੇ ਤੌਖਲੇ ਦੂਰ ਕਰ ਦਿੱਤੇ। ਫਿਰ ਫੌਜ ਨੇ ਰਸਮੀ ਸਲਾਮੀ ਦਿੱਤੀ ਤੇ ਨਿਕਸਨ ਅਤੇ ਗੋਲਡਾ ਉੱਚੇ ਮੰਚ ਉੱਪਰ ਖਲੋਤੇ ਸਨ। ਦੋਵਾਂ ਦੇਸ਼ਾਂ ਦੇ ਰਾਸ਼ਟਰੀ ਗੀਤ ਗਾਏ ਗਏ। ਗੋਲਡਾ ਦੀਆਂ ਅੱਖਾਂ ਦੇ ਵਿੱਚ ਇਹ ਸੋਚ ਕੇ ਛਲਕਿਆਂ ਕਿ ਅਸੀਂ ਤਾਂ ਰੱਬ ਤੋਂ ਕੇਵਲ ਜਾਨਾਂ ਦੇ ਬਚਾਓ ਦੇ ਲਈ ਅਰਦਾਸਾਂ ਕੀਤੀਆਂ ਸਨ। ਸਨਮਾਨ ਮਿਲ ਜਾਣਗੇ, ਇਹ ਤਾਂ ਖਾਬੋ ਖਿਆਲ ਦੇ ਵਿੱਚ ਵੀ ਨਹੀਂ ਸੀ। 4 ਲੰਮੀਆਂ ਮੀਟਿੰਗਾਂ ਹੋਈਆਂ। ਰੂਸ ਦਾ ਵਿਦੇਸ਼ ਮੰਤਰੀ ਆਂਦਰੇ ਗ੍ਰੋਮੀਕੋ ਨਿਊਯਾਰਕ ਦੇ ਵਿੱਚ ਅਮਰੀਕਾ ਦੇ ਸੈਕਟਰੀ ਆਫ ਸਟੇਟ ਦੇ ਨਾਲ ਗੱਲ ਕਰਨ ਆ ਗਿਆ। ਗ੍ਰੀਮਕੋ ਨੂੰ ਪਤਾ ਲੱਗਿਆ ਕਿ ਗੋਲਡਾ ਰਾਸ਼ਟਰਪਤੀ ਨੂੰ ਮਿਲ ਰਹੀ ਹੈ। ਕੀ ਸੋਚੇਗਾ? ਗੋਲਡਾ ਨੇ ਰਸਮੀ ਗੱਲਾਂ ਨਹੀਂ ਕੀਤੀਆਂ। ਇਜ਼ਰਾਈਲ ਦੀ ਭੂਗੋਲਕ ਬਣਤਰ ਦੱਸ ਕੇ ਨਿੱਤ ਖੂਨ ਖਰਾਬੇ ਦਾ ਖਾਤਮਾ ਚਾਹਿਆ। UNO ਜਿੱਤੇ ਹੋਏ ਇਲਾਕੇ ਛੱਡਣ ਦੇ ਲਈ ਪੂਰਾ ਦਬਾਅ ਪਾ ਰਿਹਾ ਹੈ। ਰੂਸ ਅਰਬਾਂ ਦੀ ਹਮਾਇਤ 'ਤੇ ਹੈ। ਲੜਾਕੂ ਜਹਾਜ਼ ਚਾਹੀਦੇ ਨੇ। $200 ਮਿਲੀਅਨ ਕਰਜ਼ਾ ਘੱਟ ਵਿਆਜ 'ਤੇ ਚਾਹੀਦਾ ਹੈ। ਕਿਹਾ, ਮਿਸਟਰ ਨਿਕਸਨ, ਤੁਹਾਨੂੰ ਸਾਡੀ ਲੋੜ ਪਵੇ ਜਾਂ ਨਾ, ਸਾਨੂੰ ਤੁਹਾਡੇ ਜਿਹੀ ਵੱਡੀ ਤਾਕਤ ਦਾ ਸਹਾਰਾ ਨਾ ਮਿਲਿਆ ਤਾਂ ਅਰਬ ਸਾਨੂੰ ਨਿਗਲ ਜਾਣਗੇ। ਅਮਰੀਕਾ ਦੇ ਸਮੇਤ ਜਿਨ੍ਹਾਂ ਦੇਸ਼ਾਂ ਤੋਂ ਕਰਜ਼ਾ ਲਿਆ ਸੀ ਅਸੀਂ ਸਮੇਂ ਸਿਰ ਮੋੜਿਆ। ਕਰਜ਼ਾ ਮਾਫੀ ਦੇ ਲਈ ਬੇਨਤੀਆਂ ਨਹੀਂ ਕੀਤੀਆਂ ਨੇ। ਨਿਕਸਨ ਨੇ ਸ਼ਾਨਦਾਰ ਰਾਤਰੀ ਭੋਜ ਦਿੱਤਾ ਜਿਸ ਦੇ ਵਿੱਚ 125 ਮਹਿਮਾਨਾਂ ਨੇ ਸ਼ਿਰਕਤ ਕੀਤੀ। ਸਾਰਾ ਸਮਾਂ ਇਜ਼ਰਾਈਲ ਸੰਗੀਤ ਦੀਆਂ ਧੁਨਾਂ ਵੱਜਦੀਆਂ ਰਹੀਆਂ। ਇਜ਼ਰਾਈਲੀ ਖਾਣਾ ਪਰੋਸਿਆ ਗਿਆ। ਇੱਕ ਦੂਜੇ ਦੇ ਪਰਿਵਾਰਾਂ ਨੂੰ ਕੀਮਤੀ ਤੋਹਫੇ ਦਿੱਤੇ ਗਏ। ਸ਼ੁਕਰਾਨਾ ਕਰਦਿਆਂ ਗੋਲਡਾ ਨੇ ਕਿਹਾ, ਮੈਂ ਆਪਣੇ ਦੇਸ਼ ਜਾ ਕੇ ਦੱਸਣ ਜੋਗੀ ਹੋ ਗਈ ਹਾਂ ਕਿ ਵੱਡੀ ਤਾਕਤ ਨੇ ਛੋਟੇ ਦੇਸ਼ ਦੇ ਨਾਲ ਹਮਦਰਦੀ ਜਤਾਈ ਹੈ। ਨਿਕਸਨ ਨੇ ਹੱਸ ਕੇ ਕਿਹਾ, ਮੁਸ਼ਕਲ ਦੇ ਵਿੱਚ ਦੋਸਤਾਂ ਵਾਂਗ ਕੰਮ ਆਵਾਂਗੇ। ਪ੍ਰੈਸ ਦੇ ਵਿੱਚ ਬਹੁਤੀ ਗੱਲ ਨਹੀਂ ਕਰਨੀ ਹੈ। ਆਖਰੀ ਦਿਨ ਪ੍ਰੈਸ ਮੀਟ ਹੋਈ। ਗੋਲਡਾ ਨੇ ਦੱਸਿਆ, ਜਿਵੇਂ ਸਾਰੀ ਦੁਨੀਆ ਦੇ ਦੇਸ਼ਾਂ ਨਾਲ ਅਸੀਂ ਮਿੱਤਰਤਾ ਚਾਹੁੰਦੇ ਹਾਂ, ਉਵੇਂ ਹੀ ਅਮਰੀਕਾ ਦੇ ਨਾਲ ਵਧੀਆ ਸੰਬੰਧ ਰਹਿਣ, ਇਸ ਮਨਸ਼ਾ ਦੇ ਨਾਲ ਆਈਆਂ। ਪੱਤਰਕਾਰਾਂ ਨੇ ਪੁੱਛਿਆ, ਕੀ ਦਿੱਤਾ ਅਮਰੀਕਾ ਨੇ ਤੁਹਾਨੂੰ? ਗੋਲਡਾ ਨੇ ਕਿਹਾ, ਭਰੋਸਾ, ਮੁਸ਼ਕਲ ਦੇ ਵਿੱਚ ਸਾਥ ਨਿਭਾਉਣ ਦਾ ਭਰੋਸਾ। ਫਿਰ ਪੁੱਛਿਆ, ਜੇ ਬਹੁਤ ਬੱਤਰ ਹਾਲਾਤ ਹੋ ਗਏ ਕਿ ਸੁਰੱਖਿਆ ਦੇ ਲਈ ਪਰਮਾਣੂ ਬੰਬ ਚਲਾਉਣਗੇ? ਗੋਲਡਾ ਨੇ ਕਿਹਾ, ਅਸੀਂ ਤਾਂ ਪੁਰਾਣੇ ਹਥਿਆਰਾਂ ਦੇ ਨਾਲ ਛਾਲਾਂ ਚੁਕਾ ਦਿੰਨੇ ਹਾਂ। ਮਤਲਬ ਕਿ ਉਹਨਾਂ ਦੀਆਂ ਅਸੀਂ ਤਾਂ ਪੁਰਾਣੇ ਹਥਿਆਰਾਂ ਦੇ ਨਾਲ ਛਾਲਾਂ ਚੁਕਾ ਦਿੰਨੇ ਹਾਂ। ਪਰਮਾਣੂ ਬੰਬ ਦੀ ਕੀ ਲੋੜ ਹੈ? ਸਾਰੇ ਹੱਸ ਪਏ। ਵਾਪਸ ਦੇਸ਼ ਪਰਤੀ ਕੁਝ ਦੱਸਣ ਦੀ ਲੋੜ ਨਹੀਂ ਸੀ। ਮੁਸਕਾਨ ਸਭ ਭੇਤ ਖੋਲ੍ਹ ਰਹੀ ਸੀ। ਪਰ ਮੁਸਲਮਾਨ ਖਾੜਕੂ ਗਰੋਹ ਹੁਣ ਵੱਡੀ ਗਿਣਤੀ ਦੇ ਵਿੱਚ ਹਮਲੇ ਕਰਨ ਲੱਗੇ। ਸੋਵੀਅਤ ਦੇਸ਼ ਪਹਿਲਾਂ ਸਿਰਫ ਹਥਿਆਰ ਦਿੰਦੇ ਸੀ, ਹੁਣ ਜੰਗੀ ਟ੍ਰੇਨਿੰਗ ਦੇਣ ਵਾਸਤੇ ਵੀ ਰੂਸੀ ਉਸਤਾਦ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁੱਜਣ ਲੱਗ ਗਏ। ਪਰ ਇਸ ਦੇ ਮੁਕਾਬਲੇ 1948 ਤੋਂ ਲੈ ਕੇ 1970 ਤੱਕ ਇਜ਼ਰਾਈਲੀ ਸਰਕਾਰ ਨੇ 4 ਲੱਖ ਮਕਾਨ ਉਸਾਰ ਕੇ ਰਿਫਿਊਜੀਆਂ ਨੂੰ ਛੱਤ ਦਿੱਤੀ। ਦੁਨੀਆ ਦੇ ਦਬਾਅ ਸਦਕਾ ਮਿਸਰੀ ਬਾਦਸ਼ਾਹ ਨਾਸਰ ਨੇ ਕਿਹਾ, 3 ਮਹੀਨੇ ਵਾਸਤੇ ਗੋਲੀਬਾਰੀ ਬੰਦ। ਕੁਦਰਤ ਦੀ ਮਰਜ਼ੀ ਹੈ। 3 ਮਹੀਨੇ ਉਸਦੀ ਮੌਤ ਹੋ ਗਈ। ਉਸਦੀ ਗੱਦੀ 'ਤੇ ਸਾਦਤ ਬੈਠਾ। ਪਤਾ ਨਹੀਂ ਕੀ ਗੱਲ ਹੋਈ, ਉਹ ਰੂਸੀਆਂ ਦੀ ਮਰਜ਼ੀ ਅਨੁਸਾਰ ਨਾ ਚੱਲਿਆ। ਆਪੋ ਦੇ ਵਿੱਚ ਅਣਬਣ ਹੋ ਗਈ। ਇਵੇਂ ਹੀ ਜਾਰਡਨ ਦੇ ਬਾਦਸ਼ਾਹ ਹੁਸੈਨ ਨੇ ਖਾੜਕੂ ਗਰੋਹਾਂ ਦੇ ਨਾਲ ਸਾਂਝ ਭਿਆਲੀ ਪਾਈ ਹੋਈ ਸੀ। ਖਾੜਕੂ ਉਸ ਉੱਪਰ ਜਦੋਂ ਜ਼ਿਆਦਾ ਰੋਹਬ ਪਾਉਣ ਲੱਗ ਪਏ ਤਾਂ ਉਸਨੇ ਵੱਡੀ ਗਿਣਤੀ ਦੇ ਵਿੱਚ ਫੌਜ ਤੋਂ ਅੰਡਰਗਰਾਊਂਡ ਖਾੜਕੂ ਗਰੋਹ ਮਰਵਾ ਦਿੱਤੇ। ਤਾਂ ਵੀ ਖਾੜਕੂ ਅਜੇ ਮੁੱਕੇ ਨਹੀਂ ਸਨ। ਮਿਊਨਿਖ, ਜਿਹੜਾ ਆਪਣੇ ਜਰਮਨ ਦੇ ਵਿੱਚ,
ਮਿਊਨਿਖ ਓਲੰਪਿਕ ਖੇਡਾਂ ਦੇ ਵਿੱਚ ਗਏ ਇਜ਼ਰਾਈਲ ਦੇ ਐਥਲੀਟ ਗੋਲੀਆਂ ਦੇ ਨਾਲ ਫੁੰਡ ਦਿੱਤੇ ਗਏ। ਸਕੂਲ ਦੀ ਘੇਰਾਬੰਦੀ ਕਰਕੇ ਸਾਰੇ ਬੱਚੇ ਕਤਲ ਕਰ ਦਿੱਤੇ। ਖਾੜਕੂ ਢੰਗ ਤਰੀਕੇ ਕਦੀ ਸਫਲ ਨਹੀਂ ਹੁੰਦੇ। ਉਹਨਾਂ ਦੀਆਂ ਸ਼ਰਤਾਂ ਮੰਨੋ ਤਾਂ ਖਾੜਕੂਵਾਦ ਵਧੀ ਜਾਵੇਗਾ। ਗੋਲਡਾ ਦਾ ਫੈਸਲਾ ਸੀ ਉਹਨਾਂ ਦੇ ਨਾਲ ਸਮਝੌਤਾ ਨਹੀਂ ਕਰਨਾ ਹੈ। ਪੋਪ ਦਾ ਵਿਹਾਰ ਮਾੜਾ ਸੀ। ਅਰਬਾਂ ਨੂੰ ਮਿਲਦਾ ਯਹੂਦੀਆਂ ਦੇ ਨਾਲ ਹਮਦਰਦੀ ਨਹੀਂ ਸੀ। ਅਕਸਰ ਕਿਹਾ ਕਰਦਾ ਸੀ ਮੁਸਲਮਾਨ ਸਾਡੇ ਮਸੀਹੇ ਯਸੂ ਦਾ ਆਦਰ ਕਰਦੇ ਨੇ, ਯਹੂਦੀ ਨਹੀਂ ਕਰਦੇ। ਦੂਜੇ ਵਿਸ਼ਵ ਯੁੱਧ ਦੇ ਦੌਰਾਨ ਥੂਕ ਦੇ ਵਿੱਚ ਮਾਰੇ ਯਹੂਦੀਆਂ ਵਾਸਤੇ ਵੀ ਉਸ ਦੀ ਹਮਦਰਦੀ ਨਹੀਂ ਸੀ। ਯਰੂਸ਼ਲਮ ਦੇ ਵਿੱਚ ਈਸਾਈ ਚਰਚਾਂ ਦੀ ਸੰਭਾਲ ਯਹੂਦੀਆਂ ਨੇ ਕੀਤੀ। ਇਸ ਵਾਸਤੇ ਸ਼ਾਬਾਸ਼ ਨਹੀਂ। ਉਸ ਨੂੰ ਅਰਬ ਸੁਲਤਾਨਾਂ ਦੀ ਮੇਜ਼ਬਾਨੀ ਪਸੰਦ ਹੁੰਦੀ। ਜਿਹੜੇ ਰੂਸੀ ਯਹੂਦੀ ਇਜ਼ਰਾਈਲ ਆਉਣ ਵਾਸਤੇ ਅਰਜ਼ੀ ਦਿੰਦੇ, ਸਾਲਾਂ ਬੱਧੀ ਉੱਤਰ ਨਾ ਮਿਲਦਾ। ਜੇ ਪ੍ਰਵਾਨਗੀ ਮਿਲ ਵੀ ਜਾਂਦੀ ਤਾਂ ਹਦਾਇਤ ਹੁੰਦੀ ਕਿ ਹਫ਼ਤੇ ਜਾਂ 10 ਦਿਨਾਂ ਦੇ ਅੰਦਰ ਅੰਦਰ ਨਿਕਲੋ। ਕਦੀ ਕਦੀ ਕੁਝ ਘੰਟਿਆਂ ਦੀ ਮੁਹੱਲਤ ਮਿਲਦੀ, ਜਿਵੇਂ ਉਹ ਅਪਰਾਧੀ ਹੋਣ। ਪਹਿਲਾਂ ਤਾਂ ਪਤਾ ਨਹੀਂ ਆਗਿਆ ਮਿਲੇਗੀ ਕਿ ਨਾ ਮਿਲੇ। ਜੇ ਮਿਲ ਗਈ ਤਾਂ ਫਿਰ ਉਹਨਾਂ ਨੇ ਆਪਣਾ ਘਰ ਸਮਾਨ ਵੇਚਣਾ ਹੈ, ਜੋ ਤੁਰੰਤ ਫੁਰਤ ਦਾ ਕੰਮ ਨਹੀਂ ਹੈ ਵੇਚਣਾ। ਰੇਲ ਰਾਹੀਂ ਬਰਾਸਤਾ ਆਸਟਰੀਆ ਆਉਣਾ ਪੈਂਦਾ। ਅਰਬ ਖਾੜਕੂਆਂ ਨੇ ਗੱਡੀਆਂ ਉਤਾਰਦੇ ਯਹੂਦੀ ਅਗਵਾ ਕਰ ਲਏ, ਜਿਨ੍ਹਾਂ ਦੇ ਵਿੱਚ ਇੱਕ 73 ਸਾਲ ਦਾ ਬਜ਼ੁਰਗ, ਇੱਕ ਬਿਮਾਰ ਔਰਤ, ਇੱਕ 3 ਸਾਲ ਦੀ ਬੱਚੀ। ਆਸਟਰੀਆ ਸਰਕਾਰ ਨੂੰ ਹੁਕਮ ਦਿੱਤਾ ਕਿ ਆਸਟਰੀਆ ਯਹੂਦੀਆਂ ਦਾ ਲਾਂਘਾ ਬੰਦ ਕਰੇ, ਨਹੀਂ ਤਾਂ ਸਾਰੇ ਬੰਦੀ ਫੁੰਡ ਦਿੱਤੇ ਜਾਣਗੇ। ਸਰਕਾਰ ਨੇ ਗੋਡੇ ਟੇਕਤੇ। ਗੋਲਡਾ ਨੇ ਆਸਟਰੀਆ ਦੇ ਪ੍ਰਧਾਨ ਮੰਤਰੀ ਕ੍ਰੇਸਕੀ ਨਾਲ ਮੀਟਿੰਗ ਕੀਤੀ ਤੇ ਕਿਹਾ ਇਸ ਦਾ ਮਤਲਬ ਇਹ ਹੋਇਆ ਕਿ ਰੂਸੀ ਯਹੂਦੀਆਂ ਦਾ ਲਾਂਘਾ ਹਮੇਸ਼ਾ ਲਈ ਬੰਦ। ਕ੍ਰੇਸਕੀ ਨੇ ਕਿਹਾ ਕਿ ਹੋਰ ਵੀ ਤਾਂ ਦੇਸ਼ ਹਨ, ਕਿਸੇ ਹੋਰ ਪਾਸਿਓਂ ਲੰਘ ਆਇਆ ਕਰਨ। ਗੋਲਡਾ ਬੋਲੀ ਪਰ ਇਹ ਫੈਸਲਾ ਰੂਸੀ ਸਰਕਾਰ ਦਾ ਹੈ ਕਿ ਆਸਟਰੀਆ ਤੋਂ ਇਲਾਵਾ ਹੋਰ ਲਾਂਘਾ ਮਨਜ਼ੂਰ ਨਹੀਂ ਹੈ। ਕ੍ਰੇਸਕੀ ਜੋ ਖੁਦ ਯਹੂਦੀ ਸੀ ਬੋਲਿਆ ਪਰ ਯਹੂਦੀਆਂ ਦੇ ਲਾਂਘੇ ਸਦਕਾ ਮੈਂ ਆਪਣੇ ਦੇਸ਼ ਨੂੰ ਮੁਸੀਬਤ ਦੇ ਵਿੱਚ ਕਿਉਂ ਪਾਵਾਂ। ਗੋਲਡਾ ਨੇ ਕਿਹਾ ਚਾਹੀਦਾ ਤਾਂ ਇਹ ਸੀ ਕਿ ਪ੍ਰਧਾਨ ਮੰਤਰੀ ਵਜੋਂ ਤੂੰ ਖਾੜਕੂਆਂ ਦਾ ਲਾਂਘਾ ਰੋਕਦਾ। ਤੂੰ ਮਾਸੂਮ ਯਹੂਦੀਆਂ ਦੇ ਰਸਤੇ ਵਿੱਚ ਕੰਧ ਉਸਾਰ ਦਿੱਤੀ। ਕ੍ਰੇਸਕੀ ਬੋਲਿਆ ਤੁਹਾਡਾ ਜਹਾਨ ਹੋਰ ਹੈ ਮੈਡਮ, ਮੇਰਾ ਜਹਾਨ ਹੋਰ ਹੈ। ਗੱਲ ਖਤਮ। ਬਾਹਰ ਪ੍ਰੈਸ ਉਡੀਕ ਰਹੀ ਸੀ। ਬਿਨਾਂ ਕਿਸੇ ਵੱਲ ਦੇਖੇ ਤੇਜ਼ੀ ਦੇ ਨਾਲ ਹਾਲ ਦੇ ਵਿੱਚੋਂ ਬਾਹਰ ਹੋ ਗਈ। ਮਈ 1973 ਦੇ ਵਿੱਚ ਖਬਰ ਮਿਲੀ ਕਿ ਸੀਰੀਆ ਅਤੇ ਮਿਸਰੀ ਫੌਜਾਂ ਬਾਰਡਰਾਂ ਵੱਲ ਸਰਕ ਰਹੀਆਂ ਨੇ। ਗੋਲਾਨ ਚੋਟੀਆਂ ਦੇ ਉੱਤੇ ਤੋਪਾਂ ਬੀੜੀਆਂ ਗਈਆਂ। 13 ਸਤੰਬਰ ਨੂੰ ਹਵਾਈ ਹਮਲੇ ਸ਼ੁਰੂ ਹੋ ਗਏ। 13 ਸੀਰੀਅਨ ਮਿਗ ਲੜਾਕੂ ਇਜ਼ਰਾਈਲ ਨੇ ਫੁੰਡ ਲਏ। 5 ਅਕਤੂਬਰ ਨੂੰ ਖੂਫੀਆ ਏਜੰਸੀ ਨੇ ਖਬਰ ਦਿੱਤੀ ਕਿ ਰੂਸੀ ਉਸਤਾਦ ਪਰਿਵਾਰਾਂ ਦੇ ਸਮੇਤ ਫਟਾਫਟ ਸੀਰੀਆ ਦੇ ਵਿੱਚੋਂ ਨਿਕਲ ਕੇ ਵਾਪਸ ਰੂਸ ਪਰਤ ਰਹੇ ਨੇ। ਕਿਉਂ? ਗੋਲਡਾ ਨੇ ਫੌਜਾਂ ਦੇ ਕਮਾਂਡਰ ਬੁਲਾ ਲਏ। ਸਭ ਨੇ ਕਿਹਾ ਅਸੀਂ ਦੇਖ ਰਹੇ ਹਾਂ ਤੇ ਅਸੀਂ ਤਿਆਰ ਹਾਂ। ਵਜ਼ਾਰਤ ਦੀ ਮੀਟਿੰਗ ਸੱਦੀ ਗਈ। ਸਾਰੇ ਕਹਿਣ ਲੱਗ ਪਏ ਕਿ ਐਵੇਂ ਫਿਕਰ ਨਾ ਕਰੋ, ਹੁਣ ਹਿੰਮਤ ਨਹੀਂ ਕਰਨਗੇ ਤਾਂ ਵੀ ਤੁਰੰਤ ਕੋਈ ਫੈਸਲਾ ਲੈਣਾ ਪਿਆ ਤਾਂ ਮਤਾ ਪਾ ਦਿੱਤਾ। ਪ੍ਰਧਾਨ ਮੰਤਰੀ ਨੂੰ ਸਭ ਅਖਤਿਆਰ ਦਿੱਤੇ। ਸੀਰੀਆ ਰੇਡੀਓ ਨੇ ਇਜ਼ਰਾਈਲ ਨੂੰ ਬਦਨਾਮ ਕਰਨ ਦੇ ਲਈ ਇਹ ਵੀ ਖਬਰਾਂ ਨਸ਼ਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਿ ਇਜ਼ਰਾਈਲੀ ਫੌਜਾਂ ਸੀਰੀਆ ਵੱਲ ਵਧ ਰਹੀਆਂ ਨੇ। ਇਹ ਜੰਗ ਦਾ ਪੱਕਾ ਸਬੂਤ ਸੀ। ਗੋਲਡਾ ਨੇ ਅਮਰੀਕਾ ਦੂਤਾਵਾਸ ਨੂੰ ਚੌਕਸ ਕਰਦਿਆਂ ਕਿਹਾ ਕਿ ਹੁਣ ਡੋਰ ਅਮਰੀਕਾ ਹੱਥ ਹੈ। ਡੋਰ ਜਿਹੜੀ ਹੈ ਪਤੰਗ ਕਿਵੇਂ ਚੜਾਉਣੀ ਹੈ, ਧਿਆਨ ਰਹੇ। 5 ਅਕਤੂਬਰ ਨੂੰ ਤਲ ਅਵੀਵ ਉੱਪਰ ਹਵਾਈ ਹਮਲਾ ਹੁੰਦਾ ਹੈ। ਸੁਏਜ ਨਹਿਰ ਪਾਰ ਕਰਕੇ ਮਿਸਰੀ ਫੌਜ ਸਿਨਾਈ ਵੱਲ ਮਾਰ ਕਰਨ ਲੱਗ ਪਈ। ਉਧਰ ਸੀਰੀਆ ਗੋਲਾਨ ਚੋਟੀਆਂ ਸਰ ਕਰਦਾ ਅੱਗੇ ਵਧਣ ਲੱਗ ਗਿਆ। ਦੋਵਾਂ ਪਾਸਿਆਂ ਦੀ ਭਿਆਨਕ ਤਬਾਹੀ ਹੋਈ। 5 ਦਿਨ ਖੁੰਖਾਰ ਝਪਟਾਂ ਹੋਈਆਂ ਪਰ ਅਮਰੀਕਾ ਨੇ ਮਦਦ ਨਹੀਂ ਭੇਜੀ। ਰੂਸੀ ਸਮੁੰਦਰੀ ਅਤੇ ਹਵਾਈ ਰਸਤਿਆਂ ਦੇ ਰਾਹੀਂ ਅਸਲਾ ਭੇਜ ਰਿਹਾ ਸੀ। ਸਵੇਰ ਦੇ 3 ਵਜੇ ਗੋਲਡਾ ਨੇ ਅਮਰੀਕਾ ਦੇ ਵਿੱਚ ਆਪਣੇ ਸਫੀਰ ਨੂੰ ਤੇ ਇਜ਼ਰਾਈਲ ਦੇ ਵਿੱਚ ਅਮਰੀਕਨ ਸਫੀਰ ਨੂੰ ਫੋਨ ਕਰਕੇ ਕਿਹਾ ਹੁਣੇ ਨਿਕਸਨ ਨੂੰ ਜਗਾ ਕੇ ਪੁੱਛੋ ਮਦਦ ਕਿਉਂ ਨਹੀਂ ਭੇਜੀ। ਦਿਨ ਚੜ੍ਹਨ ਦੀ ਆਸ ਨਾ ਕਰੋ, ਹੋ ਸਕਦਾ ਹੈ ਦਿਨ ਚੜ੍ਹੇ ਹੀ ਨਾ ਸਾਡੇ ਲਈ ਤਾਂ। ਆਖਰ 9 ਦਿਨਾਂ ਬਾਅਦ 14 ਅਕਤੂਬਰ ਨੂੰ ਅਮਰੀਕਨ ਜਹਾਜ਼ ਆ ਉਤਰੇ। ਇਸ ਦਿਨ ਤੱਕ 656 ਇਜ਼ਰਾਈਲੀ ਜਵਾਨ ਮਾਰੇ ਗਏ। ਦਿਓ ਕੱਦ ਜਹਾਜ਼ ਟੈਂਕ ਉਤਾਰਨ ਲੱਗੇ ਤੇ ਲੜਾਕੂ ਜਹਾਜ਼ ਪਤਾ ਲੱਗਾ ਆ ਰਹੇ ਨੇ। ਰਸਤੇ ਦੇ ਵਿੱਚ ਫਿਊਲ ਭਰਨ ਦੇ ਲਈ ਨਹੀਂ ਉਤਰਨਗੇ। ਉੜਦਿਆਂ ਫਿਊਲ ਭਰਿਆ ਜਾ ਰਿਹਾ ਹੈ। 15-15 ਮਿੰਟ ਬਾਅਦ ਇੱਕ ਕਰਕੇ ਜਹਾਜ਼ ਉਤਰਨ ਲੱਗ ਗਏ। ਨਿਕਸਨ ਨੇ ਏਅਰਫੋਰਸ ਦੇ ਅਫਸਰ ਭੇਜੇ ਤਾਂ ਕਿ ਇਜ਼ਰਾਈਲੀ ਸੈਨਿਕਾਂ ਨੂੰ ਰਾਤ ਦਿਨ ਟ੍ਰੇਨਿੰਗ ਦੇਣ। ਡਰ ਸੀ ਕਿ ਕਿਤੇ ਤੀਜਾ ਫਰੰਟ ਨਾ ਖੁੱਲ੍ਹ ਜਾਵੇ। ਪਰ ਜਾਰਡਨ ਦੇ ਹੁਸੈਨ ਨੇ ਪਿਛਲੀ ਜੰਗ ਤੋਂ ਸਬਕ ਸਿੱਖ ਲਿਆ ਸੀ, ਖਾਮੋਸ਼ ਰਿਹਾ।
ਅਮਰੀਕਾ ਤੋਂ ਆਈਆਂ ਮਿਜ਼ਾਈਲਾਂ ਅਤੇ ਫਾਈਟਰ ਜਹਾਜ਼ਾਂ ਨੇ ਕੋਹਰਾਮ ਮਚਾ ਦਿੱਤਾ। ਇਜ਼ਰਾਈਲੀ ਫੌਜਾਂ ਵਾਹੋ ਦਾਹੀ ਸੀਰੀਆ ਤੇ ਮਿਸਰ ਵੱਲ ਵਧਣ ਲੱਗੀਆਂ। ਸੁਏਜ਼ ਨਹਿਰ ਤੇ ਕਬਜ਼ਾ ਹੋ ਗਿਆ। ਸੋਵੀਅਤ ਰਾਸ਼ਟਰਪਤੀ ਕੋਸਿਗਿਨ ਖੁਦ ਕਾਇਰੋ ਦੇ ਵਿੱਚ ਆ ਪੁੱਜਿਆ। ਹੁਣ ਅਰਬਾਂ ਦੀ ਇੱਜ਼ਤ ਰੱਖਣ ਦਾ ਸਮਾਂ ਸੀ। ਦੋਸਤ ਦੇਸ਼ਾਂ ਦੇ ਵਕਾਰ ਦਾ ਸਵਾਲ ਸੀ। ਆਉਂਦਿਆਂ ਹੀ ਉਸਨੇ ਯੁੱਧ ਬੰਦੀ ਦੀ ਪੁਕਾਰ ਕੀਤੀ ਤੇ ਉਹ ਇਹੋ ਹੀ ਕਰਦਾ ਹੁੰਦਾ ਸੀ। ਯੁੱਧ ਕਿਸ ਨੇ ਛੇੜਿਆ, ਕਸੂਰਵਾਰ ਕੌਣ ਹੈ, ਇਹ ਗੱਲ ਨਹੀਂ ਕਰਨੀ। ਯੁੱਧ ਬੰਦ ਕਰੋ ਤੇ ਯੁੱਧ ਬੰਦੀ ਤੋਂ ਪਹਿਲਾਂ ਦੀਆਂ ਥਾਵਾਂ ਦੇ ਉੱਤੇ ਚਲੇ ਜਾਓ, ਯਾਨੀ ਕਿ ਇਜ਼ਰਾਈਲ ਜਿੱਤੇ ਇਲਾਕੇ ਵਾਪਸ ਕਰੇ। ਅਰਬਾਂ ਨੂੰ ਸੰਕਟ ਦੇ ਵਿੱਚੋਂ ਕੱਢਣ ਦੇ ਲਈ ਮੁਕਤੀਦਾਤਾ ਰੂਸ ਪੁੱਜ ਗਿਆ। ਨਿੱਕੇ ਦੇਸ਼ ਵੱਡੀਆਂ ਤਾਕਤਾਂ ਸਾਹਮਣੇ ਆਪਣੀ ਹਰ ਗੱਲ ਨਹੀਂ ਮਨਾ ਸਕਦੇ ਨੇ। 22 ਅਕਤੂਬਰ ਨੂੰ ਹੰਗਾਮੀ ਮੀਟਿੰਗ ਸੱਦ ਕੇ UNO ਦੀ ਸੁਰੱਖਿਆ ਏਜੰਸੀ ਨੇ 12 ਘੰਟਿਆਂ ਦੇ ਅੰਦਰ ਅੰਦਰ ਜੰਗਬੰਦੀ ਕਰਨ ਦੇ ਲਈ ਕਿਹਾ। ਮਤੇ ਦੇ ਵਿੱਚ ਇੱਕ ਲਾਈਨ ਇਹ ਵੀ ਸੀ ਕਿ ਜੰਗਬੰਦੀ ਸਥਾਈ ਅਮਨ ਵਾਸਤੇ ਜ਼ਰੂਰੀ ਹੈ। ਗੋਲਡਾ ਨੇ ਕਿਹਾ 2 ਦਿਨ ਹੋਰ ਮਿਲ ਜਾਂਦੇ, ਮਿਸਰ ਅਤੇ ਸੀਰੀਆ ਦੀ ਫੌਜੀ ਤਾਕਤ ਦਾ ਪੂਰਾ ਸਫਾਇਆ ਕਰ ਦੇਣਾ ਸੀ, ਫਿਰ ਹੁੰਦਾ ਸਥਾਈ ਅਮਨ। ਰੂਸ ਨੇ ਦੋਵੇਂ ਦੇਸ਼ਾਂ ਨੂੰ ਪਿੰਜੇ ਜਾਣ ਤੋਂ ਬਚਾ ਲਿਆ। ਮਿਸਰ ਦੀ 20,000 ਫੌਜ ਇਜ਼ਰਾਈਲ ਦੀ ਫੌਜ ਨੇ ਘੇਰ ਰੱਖੀ ਸੀ। ਰੂਸ ਦਬਾਅ ਪਾ ਰਿਹਾ ਸੀ ਤੇ ਇਹਨਾਂ ਨੂੰ ਛੱਡੋ। ਇਜ਼ਰਾਈਲ ਬਜ਼ਿੱਦ ਸੀ ਕਿ ਹਥਿਆਰ ਸੁੱਟਣਗੇ ਤਾਂ ਛੱਡਾਂਗੇ। ਰੂਸ ਇਸੇ ਭਾਰੀ ਹੱਤਕ ਤੋਂ ਬਚਾਅ ਕਰ ਰਿਹਾ ਸੀ। ਫੈਸਲਾ ਹੋਇਆ ਕਿ ਰੂਸੀ ਅਮਰੀਕੀ ਦੂਤ ਸੰਧੀ ਵਾਰਤਾ ਦੀ ਨਿਗਰਾਨੀ ਕਰਨ। ਨਿਕਸਨ ਨੇ ਹੈਨਰੀ ਕਿਸਿੰਜਰ ਭੇਜਿਆ। ਇਸ ਯੁੱਧ ਦੇ ਨਾਇਕ ਨਾ ਅਰਬ ਸ਼ਾਸਕ ਬਣੇ ਤੇ ਨਾ ਗੋਲਡਾ ਮੀਰ। ਕਿਸਿੰਜਰ ਭੇਜਿਆ ਤਾਂ ਇਸ ਯੁੱਧ ਨੇ ਦੇ ਨਾਇਕ ਨਾ ਅਰਬ ਸ਼ਾਸਕ ਹੋ ਸਕੇ ਤੇ ਨਾ ਗੋਲਡਾ ਮੀਰ, ਤੇ ਉਸ ਦੀ ਸਿਆਸੀ ਸਮਰੱਥਾ ਅਥਾਹ ਸੀ। ਅੰਕੜਿਆਂ ਨੂੰ ਮਨਾਉਣ ਦੇ ਵਿੱਚ ਜਿਹੜਾ ਪਰਵਾਹ ਨਹੀਂ ਕਿੰਨੇ ਦਿਨ ਲੱਗਣ ਤੇ ਥੱਕਦਾ ਹੀ ਨਹੀਂ ਸੀ ਤੇ ਆਖਰ ਆਪਣੀ ਗੱਲ ਮਨਾ ਕੇ ਟਿਕਦਾ ਸੀ, ਧੌਂਸ ਦੇ ਨਾਲ ਨਹੀਂ ਤਾਂ ਦਲੀਲ ਦੇ ਨਾਲ। ਕੁਝ ਮਸਲਿਆਂ ਉੱਪਰ ਗੋਲਡਾ ਕਿਸਿੰਜਰ ਦੇ ਨਾਲ ਸਹਿਮਤ ਨਾ ਹੋਈ। ਕਿਸਿੰਜਰ ਨੇ ਕਿਹਾ ਕਿ ਜੇ ਆਪਣੇ ਸਟੈਂਡ ਦੇ ਉੱਤੇ ਅੜੀ ਹੈ ਫਿਰ ਮੈਂ ਵਾਸ਼ਿੰਗਟਨ ਚਲਿਆ ਜਾਵਾਂ। ਗੋਲਡਾ ਨੇ ਕਿਹਾ ਕਿ ਵਾਸ਼ਿੰਗਟਨ ਨਹੀਂ, ਦਮਸਕ। ਰੂਸ ਦਾ ਵਿਦੇਸ਼ ਮੰਤਰੀ ਜਿਹੜਾ ਸੀ ਗਰੋਮੀਕੋ ਇਸ ਵੇਲੇ ਦਮਸਕ ਦੇ ਵਿੱਚ ਹੈ। ਉਸ ਨੂੰ ਸਾਡੀ ਗੱਲ ਮਨਾ। ਇਸ ਵਾਰ ਅਸੀਂ ਕੂਟਨੀਤੀ ਦੇ ਵਿੱਚ ਹਾਰ ਗਏ, ਫਿਰ ਕਦੇ ਨਹੀਂ ਜਿੱਤ ਸਕਦੇ। ਸਾਨੂੰ ਮੰਝਧਾਰ ਦੇ ਵਿੱਚ ਛੱਡ ਕੇ ਨਾ ਜਾ। ਉਹ ਦਮਸਕ ਜਿਹੜਾ ਸੀ ਚਲਿਆ ਗਿਆ। ਗਰੀਮੋਕੋ ਨੂੰ ਮਿਲਿਆ, ਉਸ ਨੂੰ ਸਹਿਮਤ ਕਰਨ ਦੇ ਵਿੱਚ ਕਾਮਯਾਬ ਹੋ ਗਿਆ। ਇਸ ਯਹੂਦੀ ਨੇ ਇਜ਼ਰਾਈਲ ਦੀ ਕਿਸ਼ਤੀ ਕਿਨਾਰੇ ਲਾ ਦਿੱਤੀ। ਲੰਡਨ ਦੇ ਵਿੱਚ ਯੂਰਪੀਅਨ ਸੋਸ਼ਲਿਸਟਾਂ ਦੀ ਮੀਟਿੰਗ ਦੇ ਵਿੱਚ ਗੋਲਡਾ ਵੀ ਗਈ। ਉਸਨੇ ਸਵਾਲ ਕੀਤਾ ਕਿ ਇੱਥੇ ਸਾਰੀਆਂ ਉੱਗੀਆਂ ਹਸਤੀਆਂ ਹਾਜ਼ਰ ਨੇ। ਸਾਰਾ ਯੂਰਪ ਜਾਣਦਾ ਹੈ ਕਿ 20 ਤਾਨਾਸ਼ਾਹ ਅਰਬ ਦੇਸ਼ਾਂ ਵਿਚਕਾਰ ਕੇਵਲ ਇੱਕ ਨਿੱਕਾ ਲੋਕਤੰਤਰ ਹੈ, ਇਜ਼ਰਾਈਲ। ਜਦੋਂ ਅਮਰੀਕਾ ਜੰਗ ਦੇ ਵਿੱਚ ਅਸਲਾ ਭੇਜਣਾ ਮੰਨ ਗਿਆ ਤਾਂ ਸਾਰੇ ਦੇਸ਼ਾਂ ਨੇ ਫਿਊਲ ਭਰਨ ਦੇਣ ਦੇ ਲਈ ਉਸ ਨੂੰ ਨਾਂਹ ਕਰ ਦਿੱਤੀ। ਜੇ ਨਿਕਸਨ ਸਾਨੂੰ ਆਖ ਦਿੰਦਾ ਮੈਂ ਤਾਂ ਮਦਦ ਕਰਨ ਦੇ ਲਈ ਤਿਆਰ ਹਾਂ, ਪਰ ਫਿਊਲ ਭਰਨ ਦਾ ਕੀ ਬੰਦੋਬਸਤ ਕਰਾਂ, ਫਿਰ ਅਸੀਂ ਕੀ ਕਹਿੰਦੇ? ਮੇਰੇ ਸਵਾਲ ਦਾ ਉੱਤਰ ਦਿਓ। ਕਿਸੇ ਨੇ ਉੱਤਰ ਨਹੀਂ ਦਿੱਤਾ। ਇੱਕ ਜਣਾ ਬੋਲਿਆ, ਮੈਡਮ ਬੋਲ ਨਹੀਂ ਸਕਦੇ ਕਿਉਂਕਿ ਇਹਨਾਂ ਦੀਆਂ ਗੱਲਾਂ ਦੇ ਵਿੱਚ ਅਰਬਾਂ ਦਾ ਤੇਲ ਭਰ ਗਿਆ ਹੈ। 11 ਨਵੰਬਰ 1973 ਨੂੰ ਇਜ਼ਰਾਈਲ ਅਤੇ ਮਿਸਰ ਵਿਚਕਾਰ ਸੰਧੀ ਉੱਪਰ ਸਹੀ ਪਾਈ ਗਈ। ਜ਼ਖਮੀ ਹਸਪਤਾਲਾਂ ਦੇ ਵਿੱਚ ਗਏ ਬੰਦੀ ਫੌਜੀ ਰਿਹਾ ਹੋਏ। ਕਈ ਤਾਂ ਗੋਲਡਾ ਨੂੰ ਗਲਵੱਕੜੀ ਪਾ ਕੇ ਬੱਚਿਆਂ ਵਾਂਗ ਰੋਏ। ਇੱਕ ਦੇ ਵੀ ਚਿਹਰੇ ਉੱਪਰ ਸ਼ਿਕਨ ਨਹੀਂ ਸੀ। ਜੇਲ੍ਹਾਂ ਦੇ ਵਿੱਚੋਂ ਤੋਹਫੇ ਲੈ ਕੇ ਆਏ। ਬੰਦੀ ਕਾਲ ਦੇ ਦੌਰਾਨ ਬਣਾਈਆਂ ਚੀਜ਼ਾਂ। ਦਾਊਦ ਦਾ ਤਾਰੇ ਜੜਿਆ ਝੰਡਾ ਫੜਾਉਂਦਿਆਂ ਸਿਪਾਹੀ ਨੇ ਕਿਹਾ, ਮੈਡਮ ਇਹ ਸਾਡੇ ਜੇਲ੍ਹ ਅੰਦਰਲੀ ਯੂਨਿਟ ਦਾ ਝੰਡਾ ਅਸੀਂ ਸਲਾਮੀ ਦੇਣ ਵਾਸਤੇ ਬਣਾਇਆ ਸੀ। ਹੁਣ ਸਾਡੀ ਇਹ ਯੂਨਿਟ ਟੁੱਟ ਗਈ ਹੈ, ਇਸ ਦੇ ਲਈ ਝੰਡਾ ਤੁਹਾਨੂੰ ਦਿੱਤਾ। ਗੋਲਡਾ ਨੇ ਸਾਰੀ ਉਮਰ ਇਹ ਝੰਡਾ ਆਪਣੇ ਡਰਾਇੰਗ ਰੂਮ ਦੇ ਵਿੱਚ ਸਜਾਈ ਰੱਖਿਆ। ਗੋਲਡਾ ਆਖਿਆ ਕਰਦੀ, ਮੈਂ ਖੁਸ਼ਕਿਸਮਤ ਹਾਂ ਜਿਹੜੀ ਆਪਣਾ ਮੁਲਕ ਆਜ਼ਾਦ ਦੇਖ ਸਕੀ। ਸਾਰੀ ਦੁਨੀਆ ਦੇ ਯਹੂਦੀ ਇੱਥੇ ਆ ਕੇ ਵਸੇ। ਇਸੇ ਕਰਕੇ ਇਹ ਗਤੀਸ਼ੀਲ ਅਤੇ ਸਿਹਤਮੰਦ ਰਹੇਗਾ। ਅਸੀਂ ਅਮਨ ਦੇ ਇੱਛੁਕ ਹਾਂ, ਪਰ ਅਮਨ ਤਦ ਕਾਇਮ ਰਹੇਗਾ ਜੇ ਇਜ਼ਰਾਈਲ ਮਜ਼ਬੂਤ ਹੋਵੇਗਾ। ਸਿਆਣੇ ਦੇਸ਼ਾਂ ਦੇ ਸਿਆਣੇ ਹੁਕਮਰਾਨ ਭਿੜ ਪਈ ਤੋਂ ਅੱਖਾਂ ਫੇਰ ਲੈਂਦੇ ਨੇ। ਵੱਡੀਆਂ ਤਾਕਤਾਂ ਕਠੋਰ ਨੇ, ਸਵਾਰਥੀ ਨੇ, ਉਹਨਾਂ ਦੀ ਮੰਨਣੀ ਪਵੇਗੀ, ਪਰ ਕਦੀ ਕਦਾਈ ਉਹਨਾਂ ਨੂੰ ਸਾਫ਼ ਜਵਾਬ ਦੇਣ ਦਾ ਜੇਰਾ ਵੀ ਦਿਖਾਉਣਾ ਪਏਗਾ। ਸਾਡੇ ਬੱਚੇ, ਸਾਡੇ ਬੱਚਿਆਂ ਦੇ ਬੱਚੇ, ਅੱਗੇ ਉਹਨਾਂ ਦੇ ਬੱਚੇ ਆਜ਼ਾਦ ਫਿਜ਼ਾ ਦੇ ਵਿੱਚ ਕਿਲਕਾਰੀਆਂ ਮਾਰ ਸਕਣਗੇ। ਹਜ਼ਾਰਾਂ ਸਾਲ ਪੁਰਾਣਾ ਸੁਪਨਾ ਜਿਹੜਾ
ਸਾਕਾਰ ਹੋਇਆ। ਹਜ਼ਾਰਾਂ ਸਾਲ ਸੁਪਨਾ ਸਾਕਾਰ ਹੋਇਆ। ਜੀ ਦੋਸਤੋ, ਇਹ ਸੀ ਜੀ ਗੱਲਬਾਤ ਈਰਾਨ ਤੇ ਈਰਾਨੀ। ਹਰਪਾਲ ਸਿੰਘ ਪੰਨੂ ਜੀ ਦੀ ਕਲਮ, ਡਾਕਟਰਾਂ ਦੀ ਸਾਜ਼ਿਸ਼, ਗੋਲਡਾ ਮੀਰ ਅਤੇ ਇੱਕ ਦੇਸ਼ ਦਾ ਜਨਮ। ਇਹ ਚੈਪਟਰ ਇੱਥੇ ਹੀ ਖਤਮ ਹੁੰਦਾ ਹੈ ਤੇ ਅਗਲਾ ਚੈਪਟਰ ਆਪਾਂ ਖੋਲਾਂਗੇ ਅਗਲੇ ਹਫਤੇ ਦੇ ਵਿੱਚ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਇਸ ਦੇ ਨਾਲ ਹੀ ਹੈ ਸਤਿ ਸ਼੍ਰੀ ਅਕਾਲ।